ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵੈਸੇ ਜੋ ਉਮਰ ਕੈਦ ਸੀਗੀ ਉਸ ਟਾਈਮ ਤੇ 10 ਸਾਲ ਵੀ ਸੀ, 12 ਵੀ ਸੀਗੀ। ਇਹ ਕੋਈ ਬਹੁਤ ਜ਼ਿਆਦਾ ਹਾਰਡ ਕੋਰਟ ਸੀਗਾ ਤੇ 14 ਸਾਲ ਵੀ ਸੀ। 97 ਚ ਸੁਣਾਈ ਸੀ। ਹਾਂਜੀ, ਕਿਉਂਕਿ ਮੇਰੇ ਤੇ 302 307 ਨਾਲ ਦੀ ਕੋਈ ਧਾਰਾ ਨਹੀਂ ਸੀ, ਪਰ ਫਿਰ ਵੀ ਮੈਨੂੰ ਜੋ ਲਾਈਫ ਦੀ ਜੋ ਸਜ਼ਾ 28 ਸਾਲ ਕਟਾਈ ਆ ਬਹੁਤ ਜ਼ਿਆਦਾ ਸੀ। ਇੱਕ ਉੱਥੇ ਦਾ ਮਾਹੌਲ, ਇੱਥੇ ਜੇਲਾਂ ਬਹੁਤ ਉਹ ਸਖਤ ਨੇ ਅਤੇ ਘਰਦਿਆਂ ਨੂੰ ਜਾਣਾ ਬਹੁਤ ਮੁਸ਼ਕਲ ਹੁੰਦਾ ਸੀ। ਇੱਥੋਂ ਭੈਣ ਸੀ, ਬਜ਼ੁਰਗ ਸੀਗੇ, ਸਿਆਣੇ ਸੀ, ਕੋਈ ਰਹਿਣ ਨੂੰ ਜਗ੍ਹਾ ਨਹੀਂ ਹੁੰਦੀ ਸੀ ਅਤੇ ਇਹਨਾਂ ਨੇ ਇੱਥੋਂ ਜਾਣਾ ਅਤੇ 2-2 ਦਿਨ 3-3 ਦਿਨ ਉੱਥੇ ਰੇਲਵੇ ਸਟੇਸ਼ਨ 'ਤੇ ਬੈਠੇ ਰਹਿਣਾ, ਮੇਰੀ ਮੁਲਾਕਾਤ ਕਰਨੀ ਭੈਣ ਨੇ। ਮੇਰਾ ਕੇਸ ਬਹੁਤ ਵੱਡਾ ਬਣ ਗਿਆ ਸੀ, ਬਹੁਤ ਹਾਈਲਾਈਟ ਹੋਇਆ ਉਦੋਂ। ਅਤੇ ਦੂਸਰੀ ਗੱਲ ਵੀ CBI ਨੂੰ ਦੇ ਦਿੱਤਾ। ਉਹ CBI ਆ ਜਾਂਦੀ ਆ ਅਤੇ ਫਿਰ ਕੁਛ ਨਹੀਂ, ਜੱਜ ਸਾਹਿਬ ਜਾਂ ਹੋਰ ਵੀ ਸਭ ਇੱਕੋ ਹੋ ਜਾਂਦਾ ਵੀ ਬਸ ਜੋ ਗਿਆ ਉਹ ਕਹਿੰਦੇ ਉਹ ਸਹੀ ਆ। ਅਤੇ ਕੇਸ ਦੀ ਗੱਲ ਆ ਬਈ ਸਮੇਂ ਨਾਲ ਜਦੋਂ ਵੀ, ਕਿਉਂ ਮੇਰੇ ਕੇਸ 'ਤੇ ਬਹੁਤ ਪੈਸਾ ਖਰਚਾ ਹੋਇਆ। ਸਜ਼ਾ ਹੋਣ ਤੋਂ ਬਾਅਦ ਜਿਹੜਾ ਰਿਹਾਈ 'ਤੇ ਖਰਚਾ ਹੋਇਆ ਉਹ ਪਹਿਲੇ ਕੇਸ ਨਾਲ ਵੀ ਜ਼ਿਆਦਾ ਹੋਇਆ ਸਭ। ਜਦੋਂ ਵੀ ਅਪੀਲ ਪਾਈ, ਕਈ ਵਾਰੀ ਪਾਉਣੀਆਂ ਪਈਆਂ, 2 ਵਾਰੀ ਮੈਨੂੰ ਹਾਈ ਕੋਰਟ ਨੇ ਪਰਮਾਨੈਂਟ ਪੈਰੋਲ 'ਤੇ ਛੱਡਤਾ ਅਤੇ ਉਸ ਤੋਂ ਬਾਅਦ ਫਿਰ ਗੁਜਰਾਤ ਗੌਰਮੈਂਟ ਨੇ ਗਾਂਹ ਚੈਲੰਜ ਕਰ ਦੇਣਾ ਮੈਨੂੰ। ਇੱਕ ਵਾਰੀ ਛੱਡਿਆ ਤਾਂ ਉਹ ਸੁਪਰੀਮ ਕੋਰਟ ਚਲੇ ਗਏ ਅਤੇ 16 ਦੀ ਗੱਲ ਆ, ਫਿਰ ਮੈਨੂੰ ਦੁਬਾਰਾ ਸੁਪਰੀਮ ਕੋਰਟ 'ਚ ਜਾਣਾ ਪਿਆ। ਸੁਪਰੀਮ ਕੋਰਟ 'ਚ ਵੀ ਇੱਕ ਬੜਾ ਟ੍ਰੈਜਡੀ ਹੋਈ ਵੀ ਜਿਹੜਾ ਇੱਕ ਪਹਿਲਾਂ ਵਕੀਲ ਕੀਤਾ ਉਹ ਮਰ ਗਿਆ, ਉਹਦੀ ਡੈਥ ਹੋ ਗਈ। ਜਿਹੜਾ ਦੂਸਰਾ ਕੀਤਾ ਉਹਦਾ ਕੇਸ ਛੱਡ ਗਿਆ ਅਤੇ ਤੀਸਰੇ ਨੇ ਜਾ ਕੇ ਕੇਸ ਛੱਡਿਆ ਅਤੇ ਕਾਫੀ ਪੈਸੇ ਖਰਾਬ ਹੋਏ। ਉਹ ਜਿਹੜੇ ਫੀਸਾਂ ਦਿੰਦੀਆਂ ਫੀਸਾਂ ਦੇਣੀਆਂ ਪੈਂਦੀਆਂ ਜੀ, ਫੀਸਾਂ ਤਾਂ ਪਹਿਲਾਂ ਲੈਂਦੇ, ਜਦੋਂ ਉਹ ਕੇਸ ਫੜਦੇ ਆ ਫੀਸ ਲੈ ਲੈਂਦੇ ਸਾਰੇ। ਫੀਸ ਕਿੰਨੀ ਕੁ ਹੋ ਸਕਦੀ ਆ? ਫੀਸ ਪਹਿਲੇ ਲੱਖਾਂ ਦੇ ਵਿੱਚ, ਲੱਖਾਂ 'ਚ ਜੀ, 3-3 ਲੱਖ ਤੋਂ ਘੱਟ ਤਾਂ ਉਹ ਕਿਸੇ ਨਹੀਂ ਫੜਦੇ ਸੁਪਰੀਮ ਕੋਰਟ। ਉਹ ਫਾਈਲ ਦੇਣੀ ਆ 3 ਲੱਖ, ਪਹਿਲਾਂ ਗੱਲ ਕਰੋ ਤਾਂ ਦੇ ਕੇ ਆਓ। ਬਹੁਤ ਦੇਸ਼ਾਂ ਦੀਆਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੇ, ਸਿੱਖ ਸੰਗਤਾਂ ਜਥੇਬੰਦੀਆਂ ਨੇ ਕੀਤੀ, ਮਦਦ ਕੀਤੀ। ਮੈਂ ਇਹ ਨਹੀਂ ਕਦੇ ਇਸ ਗੱਲ ਨੂੰ ਕਹਾਂਗਾ ਨਹੀਂ ਹੋਈ ਹੈ ਹੁਣ, ਯਾਨੀ ਕਿ ਬਾਅਦ 'ਚ ਕਾਫੀ ਹੋਣ ਲੱਗ ਗਏ, ਇੱਦਾਂ ਕੇਸਾਂ ਦੀ ਪੈਰਵਾਈ ਹੋਣ ਲੱਗ ਪਈ, ਉਹ ਕਰਨ ਲੱਗ ਗਏ। ਬਹੁਤ ਖੁਸ਼ੀ ਆ, ਪਾਪਾ ਅੱਜ ਪੱਕੀ ਰਿਹਾਈ 'ਤੇ ਆ ਗਏ। ਅੱਗੇ ਪੈਰੋਲ 'ਤੇ ਆਉਂਦੇ ਸੀ। ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਲਈ ਅਰਦਾਸ ਕੀਤੀ। ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ। ਮੈਂ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਵਿਆਹ ਤੋਂ ਬਾਅਦ ਮੇਰਾ ਕਾਫੀ ਸਾਥ ਦਿੱਤਾ। ਬਾਹਰ ਬੈਠੀਆਂ ਵਿਦੇਸ਼ ਸੰਗਤਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ। ਘਰ ਆਏ ਆ, ਅਸੀਂ ਬਹੁਤ ਖੁਸ਼ ਹਾਂ। ਸ਼ੁਕਰ ਕਰਦੀ ਹਾਂ ਪਰਮਾਤਮਾ ਦਾ, ਸਾਨੂੰ ਪੱਕੀ ਰਿਹਾਈ ਬਖਸ਼ੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਮੈਂ ਹਾਂ ਤਜਿੰਦਰ ਸਿੰਘ। ਅਕਾਲ ਚੈਨਲ ਵੱਲੋਂ ਸਮੇਂ-ਸਮੇਂ 'ਤੇ ਕੋਈ ਨਾ ਕੋਈ ਇਸ਼ੂ, ਕੋਈ ਗੱਲਬਾਤ, ਕੋਈ ਇੰਟਰਵਿਊ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ। ਅੱਜ ਵੀ ਕੋਈ ਇਹੋ ਜਿਹੀ ਗੱਲਬਾਤ ਕਰਨ ਜਾ ਰਹੇ ਆ। ਜੇ ਥੋੜ੍ਹਾ ਪਿੱਛੇ ਝਾਤ ਮਾਰਦੇ ਆ ਤੇ ਮੋਰਚੇ ਲੱਗਦੇ ਆ, ਉਹ ਭਾਵੇਂ ਅੰਬ ਸਾਹਿਬ ਹੋਵੇ, ਉਹ ਤੋਂ ਬਾਅਦ ਬਾਪੂ ਸੂਰ ਸਿੰਘ ਦਾ ਹੋਵੇ, ਬਰਗਾੜੀ ਮੋਰਚਾ ਹੋਵੇ। ਮਸਲੇ ਕੀ ਸੀ? ਇੱਕ ਵੱਡੀ ਮੰਗ ਸੀ ਸਾਰਿਆਂ ਦੇ ਵਿੱਚ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੜੇ ਵੱਡੇ ਮੋਰਚੇ ਲੱਗੇ। ਕੁਝ ਸਫਲਤਾਵਾਂ ਮਿਲੀਆਂ, ਕੁਝ ਅਸਫਲਤਾਵਾਂ ਵੀ ਮਿਲੀਆਂ। ਦੋਵੇਂ ਪੱਖਾਂ ਨੂੰ ਰੱਖ ਕੇ ਚੱਲੀਏ ਤੇ ਬਾਪੂ ਸੂਰ ਸਿੰਘ ਦੀ ਗੱਲ ਕਰਦੇ ਹਾਂ ਤੇ ਅਜੇ ਵੀ ਹਸਪੀਟਲ ਦੇ ਵਿੱਚ ਆ। ਗੁਰਬਖਸ਼ ਸਿੰਘ ਆਪਣੀ ਜਾਨ ਨਿਸ਼ਾਵਰ ਕਰ ਚੁੱਕੇ ਆ। ਉਹ ਤੋਂ ਬਾਅਦ ਦੇ ਵਿੱਚ ਬਰਗਾੜੀ 'ਚ ਮੋਰਚਾ ਲੱਗਦਾ। ਸਾਡੇ ਕੁਝ 6 ਮਹੀਨੇ ਤੋਂ ਵੱਧ ਸਮਾਂ ਜਿਹੜਾ ਕਿ ਬਰਗਾੜੀ ਦੇ ਵਿੱਚ ਅਕਾਲ ਚੈਨਲ ਦੇ ਮਾਧਿਅਮ ਨਾਲ ਤੁਸੀਂ ਵੀ ਦੇਖਿਆ। ਮੌਕੇ ਤੋਂ ਕੀ ਮਿਲਿਆ, ਕੀ ਗਵਾਇਆ, ਇਹ ਤਾਂ ਆਪਾਂ ਸਾਰੇ ਜਾਣਦੇ ਹਾਂ। ਜੇ ਸਿਆਸੀ ਕੈਦੀਆਂ ਦੀ ਗੱਲ ਕਰਦੇ ਹਾਂ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ, ਤੇ ਬੜੀਆਂ ਆਵਾਜ਼ਾਂ ਉੱਠੀਆਂ।
ਪਰ ਉਸ ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਬੰਦ ਵੀ ਹੋ ਗਈਆਂ, ਕਿਤੇ ਨਾ ਕਿਤੇ ਅਲੋਪ ਹੋ ਗਈਆਂ। ਸੰਘਰਸ਼ੀ ਯੋਧਿਆਂ ਨੇ ਬੜਾ ਟਾਈਮ ਜਿਹੜਾ ਕਿ ਆਪਣਾ ਜੇਲ੍ਹਾਂ ਤੋਂ ਬਿਤਾ ਦਿੱਤਾ ਤੇ ਸਮੇਂ ਤੇ ਕਈ ਵਾਰ ਉਹ ਅਕਾਲ ਚੰਦ ਦੇ ਮਾਧਿਅਮ ਰਾਹੀਂ ਭਾਵੇਂ ਕਿ ਬਾਹਰਲੇ ਦੇਸ਼ਾਂ ਤੋਂ ਵੀਰ NRI ਜਾਂ ਇੱਥੇ ਵੀ ਆਵਾਜ਼ਾਂ ਬੁਲੰਦ ਹੋਈਆਂ। ਜਿਵੇਂ ਪਹਿਲਾਂ ਦੱਸ ਚੁੱਕਾ ਕਿ ਭਾਵੇਂ ਅੰਬ ਸਾਹਿਬ ਵਾਲਾ ਮੋਰਚਾ ਹੋਵੇ ਤੇ ਜਾਂ ਬਾਪੂ ਸੂਰਤ ਸਿੰਘ ਵੱਲੋਂ ਲਾਇਆ ਮੋਰਚਾ ਤੇ ਜਾਂ ਬਰਗਾੜੀ ਮੋਰਚਾ। ਕੁਝ ਸਿੰਘਾਂ ਤੇ ਪੈਰੋਲ ਮਿਲਣੀ ਚਾਲੂ ਹੋਈ ਤੇ ਕੁਛ ਨੂੰ ਪੈਰੋਲ ਵੀ ਨਹੀਂ ਸੀ ਮਿਲਦੀ। ਬੜਾ ਲੰਬਾ ਸਮਾਂ 20 ਸਾਲ 25 ਸਾਲ 30 ਸਾਲ ਜਿਹੜਾ ਕਿ ਲੰਬਾ ਸਮਾਂ ਅਜੇ ਤੱਕ ਜੇਲ੍ਹਾਂ ਦੇ ਵਿੱਚ ਆ। ਤਾਜ਼ਾ ਹੁਣ ਦੀ ਘਟਨਾ ਦੀ ਗੱਲ ਕਰਦੇ ਹਾਂ ਤੇ ਕੁਝ ਦਿਨਾਂ ਤੋਂ ਪੈਰੋਲ, ਜੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਉਹਨਾਂ 'ਚ ਕੁਝ ਪੈਰੋਲ ਮਿਲਣੀਆਂ ਚਾਲੂ ਹੋਈਆਂ ਤੇ ਪੈਰੋਲ ਤੋਂ ਬਾਅਦ ਕੋਈ ਆਸ ਬੱਝੀ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਪੈਰੋਲ ਦੇ ਨਾਲ ਪੱਕੀਆਂ ਰਿਹਾਈਆਂ ਵੀ ਹੋਣਗੀਆਂ। ਤੇ ਕੁਝ ਜਦੋਂ ਰਿਹਾਈਆਂ ਦੀ ਗੱਲ ਆਉਂਦੀ ਹੈ ਤੇ ਉਹ ਮੋਰਚੇ ਜ਼ਰੂਰ ਯਾਦ ਆ ਜਾਂਦੇ ਕਿ ਮੋਰਚਿਆਂ ਦੇ ਵਿੱਚ ਅਸਫਲਤਾ ਕੀ ਸੀ ਜਾਂ ਸਫਲਤਾਵਾਂ ਕੀ ਮਿਲੀਆਂ ਸੀ। ਇਸੇ ਹੀ ਕੜੀ ਦੇ ਵਿੱਚ ਕੱਲ੍ਹ 24 ਤਰੀਕ ਸੀ, 24 ਤਰੀਕ ਨੂੰ ਇੱਕ ਖੁਸ਼ੀ ਦੀ ਖਬਰ ਮਿਲੀ ਕਿ ਭਾਈ ਲਾਲ ਸਿੰਘ ਜੀ ਪਿੰਡ ਅਕਾਲਗੜ੍ਹ ਤੋਂ, ਜਿਨ੍ਹਾਂ ਨੂੰ ਕਿ ਪੱਕੀ ਰਿਹਾਈ ਮਿਲ ਚੁੱਕੀ ਆ। ਜੀਵਨੀ ਵੀ ਵੇਖਦੇ ਹਾਂ, ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿਸ ਤਰ੍ਹਾਂ ਦਾ 28 ਸਾਲ ਦਾ ਸਫ਼ਰ ਲੰਘਿਆ ਜੇਲ੍ਹ ਦੇ ਵਿੱਚ ਤੇ ਜੇਲ੍ਹ ਤੋਂ ਬਾਅਦ ਜਦੋਂ ਪੱਕੀ ਰਿਹਾਈ ਮਿਲਦੀ ਆ ਉਹ ਤੋਂ ਪਹਿਲਾਂ ਕਿਹੋ ਜਿਹਾ ਸੰਘਰਸ਼ਮਈ ਜੀਵਨ ਤੋਂ ਬਾਅਦ ਦੇ ਵਿੱਚ 1 ਜਾਂ 2 ਦਿਨ ਹੋਏ ਅਜੇ ਜਿਹੜੀ ਪੱਕੀ ਰਿਹਾਈ ਮਿਲੀ ਆ। ਹੁਣ ਕੀ ਆਸ ਰੱਖਦੇ ਤੇ ਆਉਣ ਵਾਲੀ ਜ਼ਿੰਦਗੀ ਕਿਹੋ ਜਿਹੀ ਹੋਊਗੀ। ਸਾਡੇ ਨਾਲ ਹੀ ਆ ਭਾਈ ਲਾਲ ਸਿੰਘ ਜੀ। ਪਹਿਲਾਂ ਫਤਿਹ ਸਾਂਝ ਪਾਉਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੁਬਾਰਕਬਾਦ ਜੀ, ਬੜਾ ਲੰਬਾ ਸਮਾਂ ਤੁਸੀਂ 28 ਸਾਲ, ਬਹੁਤ ਵੱਡਾ ਪੰਧ ਹੁੰਦਾ ਜ਼ਿੰਦਗੀ ਦਾ ਜਿਹੜਾ ਤੁਹਾਡਾ ਜੇਲ੍ਹ ਦੇ ਵਿੱਚ ਗੁਜ਼ਰ ਚੁੱਕਾ। ਚਲੋ ਮੁਬਾਰਕਾਂ। ਚਲੋ ਬਾਕੀ ਤਾਂ ਸੰਗਤਾਂ ਦੀਆਂ ਅਰਦਾਸਾਂ ਸਦਕਾ ਇਹ ਜੋ ਰਿਹਾਈ ਸੰਭਵ ਹੋਈ ਹੈ ਤੇ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੇ ਬਹੁਤ ਵੱਡੇ ਮੋਰਚਿਆਂ 'ਚ ਹਿੱਸਾ ਵੀ ਲਿਆ ਤੇ ਅਰਦਾਸਾਂ ਵੀ ਕੀਤੀਆਂ, ਜਿਹਨਾਂ ਅਰਦਾਸਾਂ ਮਹਾਰਾਜ ਦੇ ਕਬੂਲ ਹੋਈਆਂ ਤੇ ਇਹ ਲੰਬੇ ਸਮੇਂ ਤੋਂ ਬਾਅਦ ਜੋ ਇੱਕ ਰਿਹਾਈ ਹੋਈ ਆ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੀ। ਥੋੜ੍ਹਾ ਜਿਹਾ ਆਪਾਂ ਇੱਕ ਪੰਛੀ ਚੱਤ ਪਰਿਵਾਰ 'ਤੇ ਜ਼ਰੂਰ ਮਾਰੀਏ। ਪਰਿਵਾਰ 'ਚ ਕੌਣ ਆ ਇਸ ਟਾਈਮ 'ਤੇ ਮੈਂਬਰ ਭਾਈ ਲਾਲ ਸਿੰਘ ਦੇ ਪਰਿਵਾਰ ਦੇ ਵਿੱਚ? ਮੈਂ 2002 'ਚ ਪਹਿਲੀ ਵਾਰੀ ਪੈਰੋਲ 'ਤੇ ਆਇਆ ਸੀ ਤਾਂ ਜਦੋਂ ਸੈਕੰਡ ਪੈਰੋਲ ਹੋਈ ਆ ਤੇ ਮੇਰੀ ਮੈਰਿਜ ਹੋਈ ਸੀ। ਉਦੋਂ ਮੇਰੇ ਬਜ਼ੁਰਗ ਜੀਂਦੇ ਸੀਗੇ, ਉਹਨਾਂ ਦੀ 2006 'ਚ ਡੈਥ ਹੋ ਗਈ ਤੇ 2007 'ਚ ਮੇਰੇ ਘਰ ਇੱਕ ਗੁੜੀਆ ਪੈਦਾ ਹੋਈ, ਮਨਵੀਰ ਕੌਰ। ਅਸੀਂ ਤਿੰਨੇ ਜੀ ਹਾਂ, 3 ਮੈਂਬਰ ਪਰਿਵਾਰ ਦੇ। ਹਾਂਜੀ। 28 ਸਾਲ ਦਾ ਸਫ਼ਰ ਕਿਵੇਂ ਲੰਘਿਆ? 28 ਸਾਲ ਬੜਾ ਲੰਬਾ ਪੈਂਡਾ ਹੁੰਦਾ। ਜੇ ਜ਼ਿੰਦਗੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਅੱਧੀ ਕੁ ਜ਼ਿੰਦਗੀ 28 ਸਾਲ ਦੇ ਵਿੱਚ ਲੰਘ ਜਾਂਦੀ ਆ। ਜਿਹੜਾ ਟਾਈਮ ਸੀ ਕੰਮ ਕਰਨ ਦਾ, ਜਿਹੜਾ ਟਾਈਮ ਸੀ ਆਪਣੇ ਪਰਿਵਾਰ 'ਚ ਰਹਿਣ ਦਾ, ਉਹ ਸਮਾਂ ਸੀ ਜੇਲ੍ਹ ਦੇ ਵਿੱਚ ਤੁਹਾਡਾ ਗੁਜ਼ਰ ਚੁੱਕਾ। ਵੀ ਫਿਰ ਜਦੋਂ ਜੇਲ੍ਹ ਦੇ ਵਿੱਚ ਐਂਟਰ ਹੋ ਗਏ ਤੇ ਅਰੈਸਟ ਹੁੰਦੀ ਆ, ਉਸ ਤੋਂ ਬਾਅਦ ਫਿਰ ਆਪਣੇ ਆਪ ਨੂੰ ਹਾਲਾਤਾਂ, ਜੇਲ੍ਹ ਦੇ ਹਾਲਾਤਾਂ 'ਚ ਤੇ ਜੋ ਉਦੋਂ ਦੇ ਆਪਣੇ ਹਾਲਾਤ ਸੀਗੇ ਉਹਨਾਂ 'ਚ ਆਪਣੇ ਆਪ ਨੂੰ ਢਾਲਿਆ, ਉਹਨਾਂ ਨੇ ਅਨੁਕੂਲ ਕੀਤਾ। ਜੇਲ੍ਹ ਦੇ ਵਿੱਚ ਜੇ ਤੁਸੀਂ ਬਹੁਤ ਜ਼ਿਆਦਾ ਦੇਖੋ, ਝਾਤੀ ਮਾਰੋ ਤਾਂ ਵੀ ਡਿਪਰੈਸ਼ਨ ਜਾ ਕੇ ਬਹੁਤ ਲੋਕ ਨਸ਼ਿਆਂ ਦੇ ਵਿੱਚ ਵੀ ਪੈ ਗਏ। ਰਾਤ ਨੂੰ ਨੀਂਦਾਂ ਨਹੀਂ ਆਉਂਦੀਆਂ, ਚਲੋ ਕੁੱਟਮਾਰ ਹੁੰਦੀ ਆ ਤੇ ਮਹਾਰਾਜ ਨੇ ਸਤਿਗੁਰ ਸੱਚੇ ਪਾਤਸ਼ਾਹ ਨੇ, ਕਲਗੀਧਰ ਪਾਤਸ਼ਾਹ ਦੀ ਕਿਰਪਾ ਰਹੀ। ਉਹਨਾਂ ਨੇ ਬਹੁਤ ਹੀ ਨੇੜੇ ਹੋ ਕੇ ਹੱਥ ਦੇ ਕੇ ਰੱਖਿਆ ਕਿ ਮੈਨੂੰ ਡੁੱਲਣ ਨਹੀਂ ਦਿੱਤਾ। ਮੈਂ ਕਦੇ ਵੀ ਨਸ਼ਾ ਲੈ ਕੇ ਸੁੱਤਾ ਨਹੀਂ ਤੇ ਮੈਂ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਜਿੰਨੀ ਵੱਧ ਤੋਂ ਵੱਧ ਗੁਰਬਾਣੀ ਪੜ੍ਹ ਸਕਾਂ, ਕੰਠ ਕਰ ਸਕਾਂ। ਜੇਲ੍ਹ ਦਾ ਜਿਹੜਾ ਜ਼ਿਆਦਾ ਸਮਾਂ ਸੀ ਉਹ ਕਿਸ ਤਰ੍ਹਾਂ ਬਤਾਇਆ? ਮੈਂ ਗੁਜਰਾਤ 'ਚ ਜਦੋਂ ਸੀਗਾ, ਅਹਿਮਦਾਬਾਦ ਜੇਲ੍ਹ 'ਚ, ਉੱਥੇ ਬਿਲਕੁਲ ਸੈਪਰੇਟ ਰੱਖਦੇ ਸੀਗੇ, ਕੋਈ ਮੇਰੇ ਨਾਲ ਨਹੀਂ ਸੀ ਹੁੰਦਾ ਤੇ ਮੈਂ ਇਕੱਲੇ ਆਪਣੇ ਸੈੱਲ 'ਚ ਬੰਦ ਸੀ ਤੇ ਉੱਥੇ ਦਾ ਸਿਰਫ ਬਸ ਇੱਕ ਹੀ ਸੀ ਵੀ ਜਿੰਨਾ ਨਾਮ ਸਿਮਰਨ ਤੇ ਬਾਣੀ ਪੜ੍ਹੀ ਜਾਵੇ, ਚਾਹੇ ਮੈਂ 5 ਘੰਟੇ ਪੜ੍ਹ ਲਾਂ ਜਾਂ 10 ਘੰਟੇ ਪੜ੍ਹ ਲਾਂ ਜਾਂ 24 ਘੰਟੇ ਮੈਂ ਆਪਣੇ ਉਹ ਕਰਨੇ ਹੁੰਦੇ ਸੀ, ਪੂਰੇ ਕਰਨੇ ਹੁੰਦੇ ਸੀ। ਤੇ ਮੈਂ ਕੋਸ਼ਿਸ਼ ਕੀਤੀ ਕਿ ਮੈਂ ਸੌਂ ਕੇ ਜਾਂ ਕਿ ਮੇਰੇ ਕੋਲ ਹੀ ਕੋਈ ਇੱਦਾਂ ਅਗਵਾਈ ਨਹੀਂ ਤੇ ਮੈਂ ਬਾਣੀ ਵੀ ਕੰਠ ਕੀਤੀ ਤੇ ਵੱਧ ਤੋਂ ਵੱਧ ਬਾਣੀ ਪੜ੍ਹਨ ਦੀ ਕੋਸ਼ਿਸ਼ ਕੀਤੀ। ਭਾਈ ਲਾਲ ਸਿੰਘ ਤਾਂ ਹੀ ਚੜ੍ਹਦੀ ਕਲਾ 'ਚ ਜੇ ਬਾਣੀ ਦੇ ਨਾਲ ਲੱਗੇ ਰਹੇ ਹੋ। ਤੇ ਭਾਈ ਸਾਹਿਬ ਮੈਨੂੰ ਥੋੜ੍ਹਾ ਜਿਹਾ ਦੱਸੋ ਕਿ 2002 'ਚ ਤੁਸੀਂ ਪੈਰੋਲ ਦੀ ਗੱਲ ਕੀਤੀ, ਹੁਣ ਤੱਕ ਕਿੰਨੀ ਵਾਰੀ ਪੈਰੋਲ 'ਤੇ ਆ ਚੁੱਕੇ ਆ? ਮੈਂ ਤਕਰੀਬਨ ਮੈਨੂੰ ਲੱਗਦਾ ਵੀ 32-33 ਵਾਰੀ ਪੈਰੋਲ 'ਤੇ ਆ ਚੁੱਕਾ। ਮੈਨੂੰ ਹੋ ਗਏ ਆ ਘੱਟੋ ਘੱਟ 17-18 ਸਾਲ ਹੋ ਗਏ। ਪੈਰੋਲ ਮਿਲ ਸਾਲ 'ਚ 2 ਵਾਰੀ ਪੈਰੋਲ ਮਿਲਦੀ ਹੈ
ਤੇ ਮੈਂ ਰੈਗੂਲਰ ਆਉਂਦਾ ਰਿਹਾ। ਤੇ ਕਿਉਂਕਿ ਮੇਰਾ ਗੁੱਡ ਕੰਟੈਕਟ ਸੀ, ਮੇਰੇ ਪਿੰਡ ਦੇ ਵਿੱਚ ਵੀ ਮੇਰਾ ਕੋਈ ਇੱਦਾਂ ਦੀ ਗੱਲ ਨਹੀਂ ਸੀ, ਵਿਰੋਧ ਨਹੀਂ ਸੀਗਾ। ਮੇਰਾ ਬਹੁਤ ਚੰਗੇ ਪਿੰਡ ਵਾਲਿਆਂ ਨੇ ਮੇਰਾ ਸਾਥ ਦਿੱਤਾ, ਹਮੇਸ਼ਾ ਮੇਰੇ ਪਰਿਵਾਰ ਨਾਲ ਖੜੇ ਆ। ਸਾਰੀਆਂ ਪੰਚਾਇਤਾਂ ਨੇ, ਈਵਨ ਇਲਾਕਾ ਵਾਸੀਆਂ ਨੇ, ਇਲਾਕਾ ਨਿਵਾਸੀਆਂ ਨੇ ਜਦੋਂ ਵੀ ਕੋਈ ਜ਼ਰੂਰਤ ਪਈ ਆ ਕਦੇ ਉਹਨਾਂ ਨੇ ਪਿੱਛਾ ਨਹੀਂ ਮੋੜਿਆ, ਮੇਰੀ ਬਹੁਤ ਮਦਦ ਕੀਤੀ ਹੈ, ਬਹੁਤ ਸਹਿਯੋਗ ਰਿਹਾ। ਗ੍ਰਿਫਤਾਰੀ ਕਿਹੜੀ ਸਨ 'ਚ ਹੋਈ ਸੀ? ਮੇਰੀ ਜੀ 16 ਜੁਲਾਈ 1992 ਨੂੰ ਬੰਬੇ ਦਾਦਰ ਸਟੇਸ਼ਨ 'ਤੇ ਹੋਈ ਸੀ। ਕਿਹੜੀ ਜਗ੍ਹਾ? ਬੰਬੇ ਬੰਬੇ। ਦਾਦਰ। ਉਸ ਤੋਂ ਬਾਅਦ ਮੇਰਾ ਜੋ ਕੇਸ ਮੇਰੇ 'ਤੇ ਬਣਿਆ ਉਹ ਅਹਿਮਦਾਬਾਦ ਗੁਜਰਾਤ 'ਚ ਬਣਿਆ। ਕੇਸ ਕਿਹੜਾ ਪਾਇਆ ਗਿਆ ਸੀ? ਆਰਮਸ ਐਕਟ ਰਿਕਵਰ ਹੋਈ ਸੀ, ਉੱਥੇ ਹਥਿਆਰ ਰਿਕਵਰ ਹੋ ਗਏ ਤੇ ਉਹ ਫਿਰ ਮੇਰੇ 'ਤੇ ਆਰਮਸ ਐਕਟ ਲੱਗਾ। ਤੇ ਬਾਕੀ ਉਸ ਟਾਈਮ ਜੋ ਇੱਕ ਟਾਰਾ ਕਾਨੂੰਨ ਬਣਾਇਆ ਹੋਇਆ ਸੀ ਤੇ ਉਹ ਟਾਰਾ ਮੇਰੇ 'ਤੇ ਲੱਗੀ, ਉਦੋਂ ਟਾਰਾ ਲਾਉਂਦੇ ਸੀਗੇ। ਤੇ ਜਿਹੜੀ ਮੈਨੂੰ ਸਜ਼ਾ ਫਿਰ ਟਾਰਾ 'ਚ ਲਾਈਫ ਹੋਈ ਆ ਤੇ ਉਮਰ ਕੈਦ ਹੋ ਗਈ ਸੀ। ਤੇ 1907 ਦੇ ਵਿੱਚ ਮੇਰਾ ਕੇਸ ਫਾਈਨਲ ਹੋ ਗਿਆ ਸੀ ਤੇ ਮੈਨੂੰ ਸਜ਼ਾ ਹੋ ਗਈ ਸੀ। ਸਜ਼ਾ ਕੁਛ ਸੁਣਾਈ ਗਈ ਸੀ? ਕਿੰਨੇ ਚਿਰ ਦੀ ਸਜ਼ਾ ਉਦੋਂ? ਉਮਰ ਕੈਦ ਯਾਨੀ ਕਿ ਸੀ, ਉਹਨੇ ਸੁਣਾਤੀ, ਉਹਦੇ 'ਚ ਕੋਈ ਦੱਸਿਆ ਨਹੀਂ। ਵੈਸੇ ਜੋ ਉਮਰ ਕੈਦ ਸੀਗੀ ਉਸ ਟਾਈਮ ਤੇ 10 ਸਾਲ ਵੀ ਸੀ, 12 ਵੀ ਸੀਗੀ। ਜੇ ਕੋਈ ਬਹੁਤ ਜ਼ਿਆਦਾ ਹਾਰਡ ਕੋਰਟ ਸੀਗਾ ਤੇ 14 ਸਾਲ ਵੀ ਸੀ। 97 ਚ ਸੁਣਾਈ ਸੀ? ਹਾਂਜੀ, ਕਿਉਂਕਿ ਮੇਰੇ 'ਤੇ 302 307 ਨਾਲ ਦੀ ਕੋਈ ਧਾਰਾ ਨਹੀਂ ਸੀ, ਪਰ ਫਿਰ ਵੀ ਮੈਨੂੰ ਜੋ ਲਾਈਫ ਦੀ ਜੋ ਸਜ਼ਾ 28 ਸਾਲ ਕਟਾਈ ਆ ਇਹ ਬਹੁਤ ਜ਼ਿਆਦਾ ਸੀ। ਸ਼ੁਰੂਆਤ ਕਿੱਥੋਂ ਹੋਈ? ਜੇ ਮਤਲਬ ਕਿ ਜੇਲ੍ਹ, ਪਹਿਲੀ ਜੇਲ੍ਹ ਕਿਹੜੀ ਸੀ? ਉਸ ਤੋਂ ਬਾਅਦ ਕਿੱਥੇ ਕਿੱਥੇ ਤੁਹਾਨੂੰ ਫਿਰ ਮੂਵ ਹੋਣਾ ਪਿਆ? ਮੈਨੂੰ ਪਹਿਲਾਂ ਮੈਂ ਕੁਛ ਦਿਨ ਬੰਬੇ ਅਰੈਸਟ ਹੋਇਆ ਕਰਕੇ ਬੰਬੇ ਰੱਖਿਆ ਸੀ। ਉਸ ਤੋਂ ਬਾਅਦ ਮੈਨੂੰ ਸਾਬਰਮਤੀ ਜੇਲ੍ਹ, ਸੈਂਟਰਲ ਜੇਲ੍ਹ ਅਹਿਮਦਾਬਾਦ, ਉੱਥੇ ਮੈਂ ਤਕਰੀਬਨ 7-8 ਸਾਲ ਰਿਹਾ ਜਦੋਂ ਤੱਕ ਕੇਸ ਫਾਈਨਲ ਨਹੀਂ ਹੋਇਆ। ਤੇ 99 ਦੇ ਲਾਸਟ ਵਿੱਚ ਜੇਲ੍ਹ ਟ੍ਰਾਂਸਫਰ ਕਰਕੇ ਮੈਨੂੰ ਜਲੰਧਰ ਭੇਜਤਾ ਪੰਜਾਬ, ਜੋ ਮੇਰੇ ਲਈ ਬਹੁਤ ਇੱਕ ਖੁਸ਼ੀ ਦੀ ਗੱਲ ਕਹਿ ਲਓ ਤੇ ਇੱਕ ਦੁਬਾਰਾ ਜ਼ਿੰਦਗੀ ਜੀ ਮਿਲ ਗਈ ਇੱਕ ਉੱਥੇ, ਕਿਉਂਕਿ ਮੈਂ ਇਕੱਲਾ ਹੀ ਸੀ। ਇੱਕ ਉੱਥੇ ਦਾ ਮਾਹੌਲ, ਇੱਕ ਤਾਂ ਜੇਲ੍ਹਾਂ ਬਹੁਤ ਉਹ ਸਖਤ ਨੇ ਤੇ ਘਰਦਿਆਂ ਨੂੰ ਜਾਣਾ ਬਹੁਤ ਮੁਸ਼ਕਲ ਹੁੰਦਾ ਸੀ। ਇੱਥੋਂ ਭੈਣ ਸੀ, ਬਜ਼ੁਰਗ ਸੀਗੇ, ਸਿਆਣੇ ਸੀ, ਕੋਈ ਰਹਿਣ ਨੂੰ ਜਗ੍ਹਾ ਨਹੀਂ ਹੁੰਦੀ ਸੀ ਤੇ ਇਹਨਾਂ ਨੇ ਇੱਥੋਂ ਜਾਣਾ, ਫਿਰ 2-2 ਦਿਨ 3-3 ਦਿਨ ਉੱਥੇ ਰੇਲਵੇ ਸਟੇਸ਼ਨ 'ਤੇ ਬੈਠੇ ਰਹਿਣਾ, ਮੇਰੀ ਮੁਲਾਕਾਤ ਕਰਨੀ ਭੈਣ ਦੀ। ਇੱਦਾਂ ਜਾਣੀ ਕਿ ਟਫ ਸਮਾਂ ਸੀ। ਜਲੰਧਰ 'ਚ ਕਿਵੇਂ ਰਿਹਾ ਫਿਰ? ਹਾਂ, ਜਲੰਧਰ ਸੌਖਾ ਲੱਗਦਾ ਸੀ? ਜਲੰਧਰ ਆਪਣਾ ਮਾਹੌਲ ਹੋ ਗਿਆ, ਕੋਈ ਨਾਲ ਦੇ ਸਿੰਘ ਹੋਰ ਕੇਸਾਂ ਵਾਲੇ ਵੀ ਉੱਥੇ ਸੀਗੇ, ਸਭ ਤੋਂ ਵੱਡੇ ਸਟਾਫ ਆਪਣਾ, ਤੇ ਘਰਦਿਆਂ ਨੂੰ ਸੌਖਾ ਹੋ ਗਿਆ। ਗੁਰਦੁਆਰਾ ਸਾਹਿਬ ਸੀਗੇ ਦਰਸ਼ਨ ਕਰਨੇ ਤੇ ਉਹ ਫਿਰ ਸੌਖਾ ਲੱਗਾ ਬਹੁਤ। ਉਸ ਤੋਂ ਬਾਅਦ ਮੈਨੂੰ 3 ਮਾਰਚ 2002 ਨੂੰ ਉਦੋਂ ਟਾਰਾ ਬੰਦੀ ਜਿੰਨੇ ਵੀ ਸੀਗੇ ਉਹਨਾਂ ਨੂੰ ਸਿਕਿਉਰਿਟੀ ਜੇਲ੍ਹ ਨਾਭਾ ਵਿੱਚ ਰੱਖਦੇ ਸੀਗੇ, ਬਾਕੀ ਜੇਲ੍ਹਾਂ ਸਾਰੀਆਂ ਇਹਦੀ ਸਿਕਿਉਰਿਟੀ ਜਿਹੜੀਆਂ ਸੀ ਉਹ ਤੋੜ ਦਿੱਤੀਆਂ ਤੇ ਮੈਨੂੰ ਉੱਥੇ ਭੇਜਤਾ। ਉੱਥੇ ਫਿਰ ਸਾਰੇ ਖਾਟੂ ਸਿੰਘ ਹੀ ਸੀਗੇ, ਸਾਡੇ ਕੇਸਾਂ ਵਾਲੇ ਸੀ, ਹੋਰ ਕੋਈ ਹੈ ਨਹੀਂ ਸੀਗਾ। ਤੇ ਭਾਵੇਂ ਕਿ ਉੱਥੇ ਮਾਹੌਲ ਇੱਦਾਂ ਸੀ, ਹਰ ਯਾਰ ਬੰਦ ਹੁੰਦਾ ਸੀ, ਆਪੋ ਆਪਣੀ ਯਾਰ 'ਚ ਰਹਿਣਾ ਪੈਂਦਾ ਸੀ, ਪਰ ਖਾਣਾ ਪੀਣਾ ਸਾਨੂੰ ਆਪਣਾ ਹੋ ਗਿਆ ਤੇ ਆਪਣੇ ਮਾਹੌਲ 'ਚ ਆ ਗਏ। ਘਰਦਿਆਂ ਨੂੰ ਸੌਖਾ ਹੋ ਗਿਆ, ਆਪਣੇ ਜਦੋਂ ਚਾਹ ਮੁਲਾਕਾਤ ਨੂੰ ਚਲ ਜਾਂਦੇ ਸੀ। ਤੇ ਇੱਕ ਹੋਰ ਸਹੂਲਤ ਮਿਲੀ, ਉੱਥੇ ਗੇਮ ਚੱਲਦੀ ਸੀਗੀ ਵਾਲੀਬਾਲ ਦੀ, ਗੇਮ ਕਰਦੇ ਰਹੇ, ਉਹਦੇ ਨਾਲ ਥੋੜ੍ਹਾ ਜਿਹਾ ਤੁਹਾਡਾ ਮਾਈਂਡ ਜਿਹੜਾ ਸੀ ਇੰਨਾ ਨਹੀਂ ਤੰਗ ਹੋ ਜਾਂਦੇ। ਬਾਣੀ ਪਹਿਲਾਂ ਹੀ ਕੰਠ ਸੀ ਹਾਂਜੀ, ਜਾਂ ਉੱਥੇ ਜਾ ਨਹੀਂ ਕੇ? ਆਪਣੇ ਅਹਿਮਦਾਬਾਦ ਜਦੋਂ ਜੇਲ੍ਹ 'ਚ ਆਏ ਤੇ ਉਦੋਂ ਕੀਤੀ। ਅੱਛਾ, ਗੁਜਰਾਤ ਤੋਂ ਕਰਦੇ ਸੀ ਬਾਅਦ ਪਾਠ, ਜਦੋਂ ਪਹਿਲਾਂ ਵੀ ਅਹਿਮਦਾਬਾਦ ਕਰਦੇ ਸੀਗੇ ਤੇ ਲੇਕਿਨ ਇੰਨੀ ਬਾਣੀ ਕੰਠ ਨਹੀਂ ਸੀ ਜਿੰਨੀ ਮਹਾਰਾਜ ਨੇ ਕਿਰਪਾ ਕੀਤੀ ਵੀ ਉੱਥੇ ਫਿਰ। ਜੇਲ੍ਹ ਦੇ ਸਫ਼ਰ ਦੌਰਾਨ ਹੀ ਬਾਣੀ ਕੰਠ ਹੋਈ ਆ? ਹਾਂਜੀ ਬਿਲਕੁਲ ਜੀ। ਮੈਂ ਐਕਚੁਅਲੀ ਕੈਨੇਡਾ ਦੇ ਵਿੱਚ ਜੋ ਸੀਗਾ ਤੇ ਮੈਂ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਪੜ੍ਹੀਆਂ ਸੀ ਤੇ ਮੇਰਾ ਜੇਲ੍ਹ ਕੱਟਣ ਦਾ ਸਭ ਤੋਂ ਜ਼ਿਆਦਾ ਮੈਨੂੰ ਉਹਨਾਂ ਤੋਂ ਬਲ ਮਿਲਿਆ। ਕਿੱਦਾਂ ਉਦੋਂ ਅੰਗਰੇਜ਼ਾਂ ਦੇ ਟਾਈਮ ਜਦੋਂ ਕੋਈ ਜੇਲ੍ਹ 'ਚ ਹੁੰਦਾ ਸੀ, ਕੋਈ ਤਕਲੀਫ ਹੁੰਦੀ ਸੀ ਤਾਂ ਕਿੱਦਾਂ ਸਿੰਘ ਆਪਣਾ ਕਰਦੇ ਸੀਗੇ, ਪ੍ਰੋਟੈਸਟ ਕਿੱਦਾਂ ਕਰਦੇ ਸੀ, ਕਿੱਦਾਂ ਰਹਿਣਾ ਪੈਂਦਾ ਸੀ, ਕਿੱਦਾਂ ਨਿਤਨੇਮ ਕਰਦੇ ਸੀ। ਇੱਕ ਚੱਕੀ ਜੀ ਸਿੰਘ ਪਾਠ ਕਰਦਾ ਸੀ, 10 ਚੱਕੀਆਂ ਵਾਲੇ ਸੁਣਦੇ ਹੁੰਦੇ ਸੀ, ਇਹ ਉਹਨੂੰ ਵਿੱਚ ਲਿਖਿਆ ਸਾਰਾ ਉੱਥੇ। ਤੇ ਮੈਨੂੰ ਤੋਂ ਬਹੁਤ ਬਲ ਮਿਲਿਆ ਤੇ ਮੈਂ ਉਸ ਹਿਸਾਬ ਨਾਲ ਆਪਣੇ ਆਪ ਨੂੰ ਦੁਨੀਆ ਨੂੰ ਤੋੜ ਲਿਆ। ਤੇ ਮੈਨੂੰ ਕੋਈ ਬੁਲਾਉਂਦਾ ਸੀ, ਠੀਕ ਆ, ਮੈਂ ਪ੍ਰਸ਼ਾਦਾ ਸਵੇਰੇ ਇੱਕ ਛਕਦਾ, ਇੱਕ ਸ਼ਾਮ ਨੂੰ ਬਸ ਇੱਦਾਂ ਫਲ ਲੈਣ ਲੈ ਜਾਣਾ ਤੇ ਇੱਦਾਂ ਮੈਂ ਟਾਈਮ ਕਰ। ਉਸ ਤੋਂ ਬਾਅਦ ਬਾਣੀ ਪੜ੍ਹਦੇ ਰਹਿਣਾ ਸਾਰਾ ਬਾਣੀ ਬਾਅਦ 5-5 ਛੇ ਸੁਖੀ ਸਾਹਿਬ ਕਰ ਲੈਣੇ, ਆਪਣਾ ਟਾਈਮ ਹੈ ਵਿਅਰਥ ਨਹੀਂ ਹੋਇਆ ਜੀ। ਤੇ ਗੁਟਕਾ ਸਾਹਿਬ ਤੁਹਾਨੂੰ ਕਿੱਦਾਂ ਮਿਲਿਆ ਫਿਰ ਉੱਥੇ? ਇਹ ਮੈਨੂੰ ਜਦੋਂ ਉੱਥੋਂ ਬੰਬੇ CBI ਨੇ ਪੇਸ਼ ਕੀਤਾ, ਮੈਨੂੰ ਗੁਜਰਾਤ ਲੈ ਕੇ ਜਾਣਾ ਸੀ ਤੇ ਚੰਗੇ ਸੀ ਅਫਸਰ, ਕਹਿੰਦੇ ਤੁਹਾਨੂੰ ਹੁਣ ਕੋਈ ਨਾਵਲ ਪੜ੍ਹਨ ਨੂੰ ਲੈ ਲਾ। ਮੈਂ ਕਿਹਾ ਜੇ ਤੁਸੀਂ ਕਰ ਸਕਦਾ ਮੈਨੂੰ ਗੁਰਦਾਸ ਸਾਹਿਬ ਤੋਂ ਗੁਟਕਾ ਸਾਹਿਬ ਲਿਆ ਦਿਓ, ਵੀ ਮੇਰਾ ਟਾਈਮ ਇੱਦਾਂ ਨਹੀਂ ਇਹ ਭਾਰਤ
ਉਹ ਕਹਿੰਦੇ ਸਾਨੂੰ ਪਤਾ ਹੀ ਆ, ਹੁਣ ਤੂੰ ਇਹੀ ਪਾਠ ਹੀ ਕਰੇਗਾ, ਹੋਰ ਨਹੀਂ। ਹੂੰ ਉਹਨੇ ਮੈਨੂੰ ਗੁਟਕਾ ਸਾਹਿਬ ਲੈ ਦਿੱਤਾ ਸੀ ਜੀ ਸਾਹਿਬ ਨੇ, ਤੇ ਉਹ ਫਿਰ ਮੈਂ ਨਾਲ ਹੀ ਰੱਖੇ, ਤੇ ਮੇਰੇ ਕੋਲ ਹੈ ਹੱਲੇ ਵੀ, ਤੇ ਮੈਂ ਉਹ ਫਿਰ ਪਾਠ ਕਰਦਾ। ਉਹਨੂੰ ਜ਼ਿੰਦਗੀ ਬਣਾ ਲਿਆ ਫਿਰ ਉਸੇ ਹਾਂਜੀ ਹਾਂਜੀ। ਉਹ ਤੋਂ ਫਿਰ ਬਾਣੀ ਕੰਠ ਉਸ ਗੁਟਕਾ ਸਾਹਿਬ ਤੋਂ ਹੀ ਹੋਈ ਪਾਣੀ ਫਿਰ ਜਾਣ ਕਿ ਤੇ ਮੈਂ ਨਹੀਂ ਇੱਥੇ, ਮੈਂ ਆ ਜਾਂਦੀ ਹੈ ਗੱਲ ਵਾਰ-ਵਾਰ ਸਾਰੀ। ਗੁਰੂ ਸਾਹਿਬ ਨੇ ਕਿਰਪਾ ਕੀਤੀ ਨਾ ਫਿਰ ਇੱਦਾਂ ਵੀ ਕਿਰਪਾ ਇੰਨੀ ਹੋ ਗਈ ਮਹਾਰਾਜ ਕਿ ਮੇਰਾ ਕੁਝ ਹੋਰ ਕਰਨ ਨੂੰ ਦਿਲ ਹੀ ਨਹੀਂ ਸੀ ਕਰਦਾ ਹੁੰਦਾ, ਕਿ ਮੈਂ ਕਹਿਣਾ ਵੀ ਕਿਉਂ ਵਿਆਹ ਤੇ ਟਾਈਮ ਅੱਧਾ ਘੰਟਾ ਗਵਾਏ, ਸੁਖੀ ਸਾਹਿਬ ਇੱਕ ਹੋਰ ਕਰ ਲਓ, ਤੇ ਨਾਲ ਗੱਲਾਂ ਬਾਤਾਂ ਕਰਨ ਨੂੰ ਨਹੀਂ ਸੀ ਕੋਈ ਹੈ ਦਿੰਦੇ ਨਹੀਂ ਕੋਈ ਲੋਕ? ਨਹੀਂ, ਕੋਈ ਹੈ ਨਹੀਂ ਸੀ ਉਦੋਂ, ਕੋਈ ਨਹੀਂ ਸੀ, ਮੈਂ ਇਕੱਲਾ ਬਣ ਗੁਰੂ ਰਾਜ ਤੇ ਅਹਿਮਦਾਬਾਦ ਹਾਂਜੀ ਹਾਂਜੀ। ਉਧਰ ਦੇ ਲੋਕ ਤੇ ਹੁਣ ਉਹ ਫਿਰ ਬਾਅਦ ਦੇ ਵਿੱਚ ਜਦੋਂ ਅੰਡਾ ਬੈਠਕ ਬਣ ਗਈ, ਇੱਕ ਹਾਈ ਸਕੂਲ ਦਾ ਬਿਲਕੁਲ ਚਾਰੇ ਪਾਸੋਂ ਬੰਦ ਹੁੰਦੀ ਸੀ, ਇੱਕ ਗੇਟ ਹੁੰਦਾ ਸੀ, ਉੱਪਰ ਛੋਟਾ ਜਿਹਾ ਜੰਗਲਾ ਸੀ, ਉਹ 'ਚ ਵੀ ਅੱਡ-ਅੱਡ ਸੈੱਲ ਵਿੱਚ ਬੰਦ ਹੁੰਦੇ ਸੀ, ਮੁਸਲਮਾਨ ਸੀ ਉੱਥੋਂ ਦੇ ਨਾਲ, ਮੈਂ ਇਕੱਲਾ ਪੰਜਾਬੀ ਸੀ, ਤੇ ਉੱਥੇ ਵੀ ਬੈਠੇ ਬਸ ਉਹਨੇ ਆਪਣੀਆਂ ਨਮਾਜ਼ਾਂ ਉਹ ਵੀ ਸਾਰੇ ਕਰਦੇ ਸੀ, ਕੁਰਾਨ ਸ਼ਰੀਫ ਪੜ੍ਹਦੇ ਰਹਿੰਦੇ ਸੀ, ਤੇ ਮੈਂ ਆਪਣਾ ਕਰ ਲੈਣਾ ਉੱਥੇ ਮਾੜੀ ਮੋਟੀ ਗੱਲ, ਪਹਿਲਾਂ ਸਾਨੂੰ ਗੱਲ ਵੀ ਨਹੀਂ ਕਰਨ ਦਿੰਦੇ ਸੀ, ਫਿਰ ਹੌਲੀ ਹੌਲੀ ਚੱਲ ਪਿਆ। 28 ਸਾਲ ਦਾ ਬੜਾ ਲੰਬਾ ਸਫ਼ਰ ਸੀ ਤੁਹਾਡਾ, ਫਿਰ ਪਰਿਵਾਰ ਤੁਹਾਨੂੰ ਬੜਾ ਔਖੇ ਘੜੀ 'ਚ ਮਿਲਦਾ ਰਿਹਾ ਫਿਰ ਤੁਹਾਨੂੰ, ਜਿਵੇਂ ਗੁਜਰਾਤ ਤੇ ਅਹਿਮਦਾਬਾਦ ਦੇ ਵਿੱਚ ਜਾ ਕੇ। ਹੋਰ ਕੌਣ ਜਾਂਦਾ ਸੀ ਪਰਿਵਾਰ ਦੇ ਵਿੱਚ ਮੁਲਾਕਾਤ ਕਰਨ ਵਾਸਤੇ? ਤੁਸੀਂ ਉੱਥੇ ਪਹਿਲਾਂ ਕਿਸੇ ਹੋਰ ਨੂੰ ਮੁਲਾਕਾਤ ਨਹੀਂ ਸੀ ਦਿੰਦੇ, ਮੇਰੇ ਬਜ਼ੁਰਗਾਂ ਨੂੰ ਦਿੰਦੇ, ਤੇ ਭੈਣ ਨੂੰ ਬਲੱਡ ਰਿਲੇਸ਼ਨ ਜਿਹੜਾ ਸੀ ਉਹ ਮੁਲਾਕਾਤ ਕਰ ਉਹ ਕਰਦੇ ਹੁੰਦੇ ਸੀ, ਤੇ ਮੇਰੇ ਕਜ਼ਨਾਂ ਨੇ ਬਾਹਰ ਖੜੇ ਰਹਿਣਾ, ਚਾਚੇ ਦੇ ਮੁੰਡਿਆਂ ਦਾ ਮੈਨੂੰ ਬਹੁਤ ਸਹਿਯੋਗ ਸੀ, ਤੇ ਨਾਲ ਹੀ ਬਜ਼ੁਰਗਾਂ ਨੂੰ ਵੀ ਉਹਨਾਂ ਨੇ ਸੰਭਾਲਿਆ ਬਾਅਦ 'ਚ, ਤੇ ਮੈਂ ਉਹਨਾਂ ਦਾ ਹੀ ਬਹੁਤ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਔਖੇ ਟਾਈਮ ਮੇਰਾ ਸਾਥ ਨਹੀਂ ਛੱਡਿਆ ਮੇਰੇ ਭਰਾਵਾਂ ਨੇ। ਤੇ ਇਸੇ ਤਰ੍ਹਾਂ ਮੇਰੇ ਵੱਡੇ ਭਨੋਈਆ ਸਾਹਿਬ ਨੇ, ਭਾਈ ਅਜੀਤ ਸੀ, ਉਹਨਾਂ ਨੂੰ ਬਾਪੂ ਜੀ ਸੱਦਦੇ ਆ, ਉਹ ਬੈਂਕ ਮੈਨੇਜਰ ਸੀਗੇ, ਤੇ ਉਹਨਾਂ ਨੇ ਨਾਲ ਜਾਣਾ ਭੈਣ ਦੇ, ਤੇ ਹਫ਼ਤਾ ਭਰ ਇੱਦਾਂ ਹੀ ਬਾਹਰ ਖਰਾਬ ਬੈਠੇ ਰਹਿਣਾ, ਜਾ ਕੇ ਜੇਲ੍ਹ ਦੇ 2-2 3-3 ਮੁਲਾਕਾਤ ਹੋਣੀ ਨਹੀਂ, ਭੈਣ ਕੱਲੀ ਨੂੰ ਭੇਜਣਾ, ਪਰ ਉਹ ਨਹੀਂ ਕਦੇ ਮੱਥੇ ਵੱਟ ਨਹੀਂ ਪਾਇਆ, ਜੋ ਉਹਨਾਂ ਦੋਨਾਂ ਹੀ ਦੇਣਾ ਉਹ ਮੈਂ ਭੁਲਾ ਨਹੀਂ ਸਕਦਾ। ਵੀ ਬੱਚਿਆਂ ਨਾਲ ਵੱਧ ਹੋਣੀ ਮੇਰੀ, ਮੈਨੂੰ ਆਖਰ ਦੁਬਾਰਾ ਦੁਨੀਆ 'ਚ ਲਿਆਉਣ 'ਚ ਉਹਨਾਂ ਦਾ ਬਹੁਤ ਹੱਥ ਹੈ। ਭੈਣ ਮੇਰੀ ਪਿਛਲੇ ਸਾਲ ਪੂਰੀ ਹੋਈ ਹੈ, ਤੇ ਜੋ ਮੇਰੇ ਲਈ ਬਹੁਤ ਵੱਡਾ ਘਾਟਾ ਪਰਿਵਾਰ ਵਾਸਤੇ, ਮੈਂ ਮਾਂ ਤੋਂ ਬਾਅਦ ਦੇਖਿਆ ਤਾਂ ਉਹ ਘਾਟਾ ਜੋ ਪਿਆਰ ਸੀ ਉਦੋਂ ਮਿਲਦਾ। ਸੰਗਤ ਨੂੰ ਮੈਂ ਦੁਬਾਰਾ ਦੱਸਦਾ ਕਿ ਸਾਡੇ ਨਾਲ ਭਾਈ ਲਾਲ ਸਿੰਘ ਜੀ ਅਕਾਲਗੜ੍ਹ ਸਾਡੇ ਨਾਲ ਹੀ ਬੈਠੇ ਹੈਗੇ ਆ, ਤੇ ਗੱਲਬਾਤ ਚੱਲ ਰਹੀ ਆ, ਤੇ ਵੱਡੀ ਦਿਨ ਉਹਨਾਂ ਕਿਹਾ ਕਿ ਪਾਠ ਤੇ ਪਹਿਲਾਂ ਹੀ ਕਰਦੇ ਸੀ, ਪਰ ਜੇਲ੍ਹ ਦੇ ਵਿੱਚ ਜਾ ਕੇ ਕੁਝ ਖਾਸ ਹੀ ਲਗਾਵ ਹੋ ਗਿਆ ਸੀ। ਗੁਟਕਾ ਸਾਹਿਬ ਮਿਲਦਾ ਜਦੋਂ, ਗੁਟਕਾ ਸਾਹਿਬ ਤੋਂ ਬਾਅਦ ਦੇ ਵਿੱਚ ਜੋ ਬਾਣੀ ਨਾਲ ਲਗਾਵ ਹੋਇਆ, ਜਦੋਂ ਬਾਣੀ ਕੰਠ ਹੋਈ, ਫਿਰ ਚੜ੍ਹਦੀ ਕਲਾ ਦੇ ਵਿੱਚ ਸਮਾਂ ਵੱਧ ਤੋਂ ਵੱਧ ਦੇਣਾ, ਬਾਣੀ ਪੜ੍ਹਨੀ, ਬਾਣੀ ਉਹ ਕੰਠ ਹੋ ਜਾਂਦੀ ਹੈ। ਉਹ ਤੋਂ ਬਾਅਦ ਦੇ ਵਿੱਚ ਗੁਜਰਾਤ ਦੀ ਜੇਲ੍ਹ ਹੋਵੇ ਭਾਵੇਂ ਅਹਿਮਦਾਬਾਦ ਦੀ ਜੇਲ੍ਹ ਹੋਵੇ, ਜਿੱਥੇ ਕੋਈ ਵੀ ਮਿਲਦਾ ਨਹੀਂ ਸੀ, ਪਰ ਉਹ ਇਕੱਲੇ ਬੈਠ ਕੇ ਸਾਰਾ ਦਿਨ ਬਾਣੀ ਪੜ੍ਹਨੀ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਪਰਿਵਾਰ ਦੇ ਵਿੱਚ ਸ਼ੁਰੂਆਤ ਜਿੱਦਾਂ ਦੱਸ ਚੁੱਕੇ ਆ ਕਿ 3 ਮੈਂਬਰ ਇਸ ਟਾਈਮ ਦੇ ਉੱਤੇ। 2002 'ਚ ਆਏ ਸੀ ਪਹਿਲੀ ਵਾਰੀ ਪੈਰੋਲ ਦੇ ਉੱਤੇ, ਜਦੋਂ ਦੂਸਰੀ ਪੈਰੋਲ ਮਿਲਦੀ ਹੈ ਤੇ ਉਹ ਤੋਂ ਸ਼ਾਦੀ ਹੁੰਦੀ ਹੈ ਤੇ ਇੱਕ ਬੇਟੀ ਆ, ਤੇ ਆਉਂਦਿਆਂ ਸਾਰੀ ਉਹਨਾਂ ਸਾਨੂੰ ਪਾਣੀ ਦਿੱਤਾ ਸੀ, ਸ਼ਾਇਦ ਬੇਟੀ ਉਹ ਹੀ ਸੀ ਜਿਹੜੀ ਸਾਨੂੰ ਪਾਣੀ ਪਿਆਲ ਕੇ ਗਈ ਸੀ। ਹਾਂਜੀ ਹਾਂਜੀ। ਹਾਂ, ਬੇਟੀ ਵੀ ਜਵਾਨ ਆ, ਗੁਰੂ ਸਾਹਿਬ ਕਿਰਪਾ ਕਰੇ ਪਰਿਵਾਰ ਦੇ ਉੱਤੇ। ਭਾਈ ਸਾਹਿਬ, ਕੇਸ ਲੜਨ ਦੇ ਵਿੱਚ ਫਿਰ ਕਿਸ ਤਰ੍ਹਾਂ ਰਿਹਾ? ਇੰਨਾ ਲੰਬਾ ਸਮਾਂ ਸੀ, ਪਰਿਵਾਰ ਵੀ ਲੜਦਾ ਹੋਊਗਾ ਕੇਸ, ਹੋਰ ਕਿਸ ਸੰਸਥਾ ਨੇ ਹੈਲਪ ਕੀਤੀ? ਕੇਸ ਇੱਦਾਂ ਜੀ, ਮੇਰਾ ਕੇਸ ਬਹੁਤ ਵੱਡਾ ਬਣ ਗਿਆ ਸੀ, ਬਹੁਤ ਹਾਈਲਾਈਟ ਹੋਇਆ ਉਦੋਂ, ਤੇ ਦੂਸਰੀ ਗੱਲ ਵੀ CBI ਨੂੰ ਦੇ ਦਿੱਤਾ। ਉਹ CBI ਆ ਜਾਂਦੀ ਆ ਤੇ ਫਿਰ ਕੁਛ ਨਹੀਂ, ਜੱਜ ਸਾਹਿਬ ਜਾਂ ਹੋਰ ਵੀ ਸਭ ਇੱਕੋ ਹੋ ਜਾਂਦਾ ਵੀ ਬਸ ਜੋ ਗਿਆ ਉਹ ਕਹਿੰਦੇ ਉਹ ਸਹੀ ਆ, ਤੇ ਘਰਦਿਆਂ ਲਈ ਬਹੁਤ ਹਾਰਡ ਸੀ ਇਹਨੂੰ ਫੇਸ ਕਰਨਾ। ਇੱਕ ਤਾਂ ਉਹਨੂੰ ਉੱਦਾਂ ਨਹੀਂ ਸੀ ਪਤਾ, ਤੇ ਇਹ ਵੀ ਇੱਕ ਸੱਚਾਈ ਹੈ ਕਿ ਉਦੋਂ ਮੇਰੇ ਲਿੰਕ ਕਿਸੇ ਨਾਲ ਨਹੀਂ ਸੀ, ਬਾਹਰੋਂ ਅੰਦਰੋਂ ਕੋਈ ਫਾਈਨੈਂਸ਼ਲੀ ਉਦੋਂ ਨਹੀਂ ਸੀਗਾ, ਤੇ ਘਰਦਿਆਂ ਨੇ ਆਪਣੇ ਤੌਰ 'ਤੇ ਪਹਿਲਾਂ ਜੋ ਵਕੀਲ ਕੀਤੇ, ਤੇ ਚਲੋ ਮੈਨੂੰ ਇਸ ਚੀਜ਼ ਦਾ ਕੋਈ, ਮੈਂ ਕਿਤੇ ਗਿਲਾ ਨਹੀਂ ਕਰਦਾ ਕਿਸੇ 'ਤੇ ਵੀ, ਤੇ ਜਦ ਕੇਸ ਹੋਇਆ ਤੇ ਮੈਂ ਲੜਦੇ ਰਹੇ, ਕਰਦੇ ਸਜ਼ਾ ਹੋ ਗਈ। ਸਜ਼ਾ ਹੋਣ ਤੋਂ ਬਾਅਦ ਫਿਰ ਜਦੋਂ ਮੈਂ ਟ੍ਰਾਂਸਫਰ ਹੋਇਆ ਤਾਂ ਇੱਥੇ ਤੇ ਮੇਰਾ ਸੁਪਰੀਮ ਕੋਰਟ ਕੇਸ ਲੱਗਾ ਸੀ, ਤੇ ਸੁਪਰੀਮ ਕੋਰਟ ਫਿਰ ਉਦੋਂ ਆਪਣੇ ਨਾਲ ਦੇ ਕਈ ਸਿੰਘ ਆ ਗਏ ਸੀਗੇ ਉੱਥੇ, ਤੇ ਜਿਹਨਾਂ 'ਤੇ ਪ੍ਰੋਫੈਸਰ ਭੁੱਲਰ ਹੋਣੀ ਸੀਗੇ, ਉਹ ਤੇ ਉੱਥੇ ਫਿਰ ਇਹਨਾਂ ਦੇ ਵਕੀਲਾਂ ਨਾਲ ਕਾਫੀ ਲਿੰਕ ਸੀਗੇ। ਫਿਰ ਇਹਨਾਂ ਨੇ ਇੱਕ ਵਕੀਲ ਚੰਗਾ ਕੀਤਾ, ਸੁਸ਼ੀਲ ਕੁਮਾਰ, ਉਹਦਾ ਇਹ ਕਹਿਣਾ ਸੀ ਉਸ ਟਾਈਮ 'ਤੇ ਕਿ ਮੈਂ ਬਰੀ ਤਾਂ ਨਹੀਂ ਕਰਾ ਸਕਦਾ, ਲੇਕਿਨ 10 ਸਾਲ ਤੋਂ ਜ਼ਿਆਦਾ ਸਜ਼ਾ ਤੇਰੇ ਕੇਸ 'ਚ ਹੈ ਨਹੀਂ ਗੀ। ਸੁਸ਼ੀਲ ਕੁਮਾਰ ਦਾ? ਹਾਂਜੀ, ਤੇ ਬਹੁਤ ਤਕੜਾ ਵਕੀਲ ਆ ਹੁੰਦੀਆਂ, ਪਰ ਨਹੀਂ ਹੋਇਆ। ਜਦੋਂ ਫੈਸਲਾ ਆਇਆ ਮੇਰੀ ਸਜ਼ਾ ਬਰਕਰਾਰ ਰੱਖੀ ਗਈ, ਤੇ ਫਿਰ ਸਜ਼ਾ ਇੱਦਾਂ ਹੀ ਉੱਥੇ ਕੱਟਣੀ ਪਈ। ਇਹਦੇ ਵਿੱਚ ਫਿਰ ਕਿਸ ਤਰ੍ਹਾਂ ਹੈਲਪ ਬਾਹਰੋਂ ਵੀ ਕਿਸੇ ਪਾਸੇ ਮਿਲੀ? ਕਿਉਂਕਿ ਸਾਡੀਆਂ ਬਾਹਰੋਂ ਵੀ ਸੰਸਥਾਵਾਂ ਕਈ ਹੈਲਪ ਕਰਦੀਆਂ, ਜਾਂ ਕਿਸੇ ਖਾਸ ਪਰਿਵਾਰ ਵੱਲੋਂ ਕੁਝ ਹੈਲਪ ਮਿਲੀ ਤੁਹਾਨੂੰ? ਫਿਰ ਦੱਸਿਆ ਨਾ, ਜਦੋਂ ਮੈਂ ਫਿਰ ਇੱਥੇ ਆ ਗਿਆ, ਪੰਜਾਬ ਆ ਗਿਆ,
ਤੇ ਇੱਥੋਂ ਫਿਰ ਹੌਲੀ ਹੌਲੀ ਘਰਦਿਆਂ ਨਾਲ ਜਿਹੜੇ ਆਪਣੇ ਮੈਂ ਬਾਹਰੋਂ ਆਏ ਸੀ ਕੈਨੇਡਾ ਅਮਰੀਕਾ ਤੋਂ, ਮੇਰੀ ਸੀਗੇ ਦੋਸਤ ਵੀ ਸੀ, ਦੋਸਤਾਂ ਨਾਲ ਸਿੱਖ ਸੰਗਤ ਜਿਹੜੀ ਆਪਣੀ ਸ਼ਖਸੀਅਤਾਂ ਸੀ ਪੰਥਕ, ਉੱਥੇ ਦੀਆਂ ਪੰਥਕ ਜਥੇਬੰਦੀਆਂ ਸੀਗੀਆਂ, ਤੇ ਉਹਨਾਂ ਨੇ ਪਰਸਨਲ ਤੌਰ 'ਤੇ ਫਿਰ ਮਦਦ ਸ਼ੁਰੂ ਕੀਤੀ। ਤੇ ਬਹੁਤ ਮੈਂ ਇਸ ਚੀਜ਼ ਦਾ ঋਣੀ ਆ, ਮੈਂ ਕਹਿਣ ਤੋਂ ਸੰਕੋਚ ਨਹੀਂ ਕਰੂੰਗਾ ਵੀ ਅੱਜ ਇਸ ਘਰ 'ਚ ਮੈਂ ਹੁਣ ਬੈਠਾ ਆ। ਮੈਂ ਤੁਹਾਨੂੰ ਦਿਖਾਉਣਾ ਪੁਰਾਣਾ ਘਰ ਉੱਧਰ ਸੀ ਵੀ ਇਹ ਜਿਹੜਾ ਪਾਣੀ ਖੜ ਜਾਂਦਾ ਹੁੰਦਾ ਸੀ, ਅਤੇ ਜਦੋਂ ਕੁਝ ਸਿੰਘ ਬਾਹਰਲੇ ਆਏ ਤੇ ਉਹ ਦੇਖ ਕੇ ਅੱਖਾਂ ਭਰ ਲਈਆਂ ਵੀ ਇਹ ਬੰਦਾ ਕੈਨੇਡਾ ਛੱਡ ਕੇ ਇੱਥੇ ਬੈਠਾ ਤੇ ਘਰ ਦੇ ਆਹ ਹਾਲਾਤ। ਮੈਨੂੰ ਪਤਾ ਨਹੀਂ, ਉਹਨੇ ਆਪੇ ਹੀ ਸਿੰਘਣੀ ਨਾਲ ਗੱਲ ਕਰਕੇ ਮੇਰੇ ਘਰ ਦੀ ਬਣਾਇਆ। ਤੇ ਕੇਸ ਦੀ ਗੱਲ ਆ ਵੀ ਸਮੇਂ ਨਾਲ ਜਦੋਂ ਵੀ, ਕਿਉਂ ਮੇਰੇ ਕੇਸ 'ਤੇ ਬਹੁਤ ਪੈਸਾ ਖਰਚਾ ਹੋਇਆ, ਸਜ਼ਾ ਹੋਣ ਤੋਂ ਬਾਅਦ ਜਿਹੜਾ ਰਿਹਾਈ 'ਤੇ ਖਰਚਾ ਹੋਇਆ ਉਹ ਪਹਿਲੇ ਕੇਸ ਨਾਲ ਵੀ ਜ਼ਿਆਦਾ ਹੋਇਆ ਸਗੋਂ। ਤੇ ਕਿੰਨੇ ਵਕੀਲਾਂ ਨੇ ਲੜਾਈ ਲੜੀ ਹੈ ਤੁਹਾਡੀ, ਕਿੰਨੇ ਗਿਣਤੀ 'ਚ ਹੈਗੇ ਵਕੀਲ? ਪਹਿਲਾਂ ਜਦੋਂ ਅਹਿਮਦਾਬਾਦ ਸੀਗਾ ਤਾਂ ਇੱਥੋਂ ਪੂਰਨ ਸਿੰਘ ਹੁੰਡਲ ਜਾਂਦੇ ਹੁੰਦੇ ਸੀ, ਚੰਡੀਗੜ੍ਹ ਤੋਂ ਨਵਕਿੰਦ ਵੀ ਜਾਂਦਾ ਸੀ। ਤੇ ਫਿਰ ਸੁਪਰੀਮ ਕੋਰਟ 'ਚ 2 ਵਕੀਲ, ਪਹਿਲਾਂ ਸੋਢੀ ਸੀਗਾ ਪਰ ਉਹ ਵੀ ਛੱਡ ਗਿਆ ਵਿੱਚੇ, ਤੇ ਉਸ ਤੋਂ ਬਾਅਦ ਸੁਸ਼ੀਲ ਕੁਮਾਰ ਨੇ ਕੇਸ ਲਿਆ। ਤੇ ਫਿਰ ਜਦੋਂ 2006 ਦੇ ਵਿੱਚ ਮੇਰੀ ਰਿਹਾਈ ਦੇ ਪੇਪਰ ਪਹਿਲੀ ਵਾਰੀ ਭੇਜੇ ਗਏ, ਤਾਂ ਗੁਜਰਾਤ ਗੌਰਮੈਂਟ ਨੇ ਜੋ ਰਿਜੈਕਟ ਕਰਕੇ ਭੇਜਤੇ ਨਕਸ਼ਾ, ਫਿਰ ਮੈਂ ਵਕੀਲ ਕੀਤਾ ਆਪਣੇ ਚੰਡੀਗੜ੍ਹ ਵਿਜੇ ਕੁਮਾਰ ਜਿੰਦਲ, ਜਿਹੜੇ ਕਿ ਹੁਣ ਤੱਕ ਉਹਨਾਂ ਨੇ ਮੇਰੇ ਕੇਸ ਲੜੇ। ਤੇ ਉਹਨਾਂ ਨੇ ਲਗਾਤਾਰ ਇੰਨੇ ਸਾਲ, ਜਾਣੀ ਕਿ ਜਦੋਂ ਵੀ ਅਪੀਲ ਪਾਈ, ਕਈ ਵਾਰੀ ਪਾਉਣੀਆਂ ਪਈਆਂ, 2 ਵਾਰੀ ਮੈਨੂੰ ਹਾਈ ਕੋਰਟ ਨੇ ਪਰਮਾਨੈਂਟ ਪੈਰੋਲ 'ਤੇ ਛੱਡਤਾ। ਤੇ ਉਸ ਤੋਂ ਬਾਅਦ ਫਿਰ ਗੁਜਰਾਤ ਗੌਰਮੈਂਟ ਨੇ ਗਾਂ ਚੈਲੰਜ ਕਰ ਦੇਣਾ ਮੈਨੂੰ, ਇੱਕ ਵਾਰੀ ਛੱਡਿਆ ਤਾਂ ਉਹ ਸੁਪਰੀਮ ਕੋਰਟ ਚਲੇ ਗਏ। ਇਹ 16 ਦੀ ਗੱਲ ਆ, ਫਿਰ ਮੈਨੂੰ ਦੁਬਾਰਾ ਸੁਪਰੀਮ ਕੋਰਟ 'ਚ ਜਾਣਾ ਪਿਆ। ਸੁਪਰੀਮ ਕੋਰਟ 'ਚ ਵੀ ਇੱਕ ਬੜਾ ਟ੍ਰੈਜਡੀ ਹੋਈ ਵੀ ਜਿਹੜਾ ਇੱਕ ਪਹਿਲਾਂ ਵਕੀਲ ਕੀਤਾ ਉਹ ਮਰ ਗਿਆ, ਉਹਦੀ ਡੈਥ ਹੋ ਗਈ। ਜਿਹੜਾ ਦੂਸਰਾ ਕੀਤਾ ਉਹਦਾ ਕੇਸ ਛੱਡ ਗਿਆ, ਤੇ ਤੀਸਰੇ ਨੇ ਫਿਰ ਜਾ ਕੇ ਕੇਸ ਲੜਿਆ, ਤੇ ਕਾਫੀ ਪੈਸੇ ਖਰਾਬ ਹੋਏ। ਹੁਣ ਜਿਹੜੇ ਫੀਸਾਂ ਦੇਣੀਆਂ ਪੈਂਦੀਆਂ ਜੀ, ਫੀਸਾਂ ਤਾਂ ਪਹਿਲਾਂ ਲੈਂਦੇ, ਜਦੋਂ ਉਹ ਕੇਸ ਫੜਦੇ ਆ ਫੀਸ ਲੈ ਲੈਂਦੇ ਸਾਰੀ। ਫੀਸ ਕਿੰਨੀ ਕੁ ਹੋ ਸਕਦੀ ਆ? ਫੀਸ ਪਹਿਲੇ ਲੱਖਾਂ ਦੇ ਵਿੱਚ, ਲੱਖਾਂ 'ਚ ਜੀ, 3 ਲੱਖ ਤੋਂ ਘੱਟ ਤਾਂ ਉਹ ਕੇਸ ਹੀ ਨਹੀਂ ਫੜਦੇ ਸੁਪਰੀਮ ਕੋਰਟ ਵਾਲੇ। ਉਹ ਫਾਈਲ ਦੇਣੀ ਆ 3 ਲੱਖ ਪਹਿਲਾਂ ਗੱਲ ਕਰੋ ਤਾਂ ਦੇ ਕੇ ਆਓ। ਤੇ ਇਸ ਕਰਕੇ ਬਹੁਤ ਖਰਚਾ ਹੋਇਆ। ਤੇ ਬਹੁਤ ਦੇਸ਼ਾਂ ਦੀਆਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੇ, ਸਿੱਖ ਸੰਗਤਾਂ ਜਥੇਬੰਦੀਆਂ ਨੇ ਕੀਤੀ, ਮਦਦ ਕੀਤੀ। ਮੈਂ ਇਹ ਨਹੀਂ ਕਦੇ ਇਸ ਗੱਲ ਨੂੰ ਕਹਾਂਗਾ ਨਹੀਂ ਹੋਈ ਹੈ ਹੁਣ, ਯਾਨੀ ਕਿ ਬਾਅਦ 'ਚ ਕਾਫੀ ਹੋਣ ਲੱਗ ਗਏ, ਇੱਦਾਂ ਕੇਸਾਂ ਦੀ ਪੈਰਵਾਈ ਹੋਣ ਲੱਗ ਪਈ ਜਾਂ ਉਹ ਕਰਨ ਲੱਗ ਗਏ। ਹੁਣ ਜਿਹੜੀ ਘਰ 'ਚ ਬੈਠੇ ਆ ਤੁਸੀਂ, ਇਹਦਾ ਕੋਈ ਜ਼ਿਕਰ ਕਰਨ ਲੱਗੇ ਸੀ ਕਿ ਸ਼ਾਇਦ ਉਧਰਲੇ ਪਾਸੇ ਪੁਰਾਣਾ ਘਰ ਸੀ, ਇਹ ਫਿਰ ਘਰ ਕਿਸ ਤਰ੍ਹਾਂ ਬਣਿਆ ਜਿੱਥੇ ਹੁਣ ਬੈਠੇ ਆਪਾਂ? ਹਾਂਜੀ, ਇਹ ਨਾ ਇਹ ਵੀ ਸਿੱਖ ਸੰਗਤਾਂ ਨੇ ਬਣਾਇਆ, ਮੇਰੇ ਜਿਹੜੇ ਸਿੱਖ ਕਹਿ ਲਓ ਵੀ ਕੌਮ ਨੇ ਬਣਾ ਕੇ ਦਿੱਤਾ, ਜਿਹਨਾਂ ਨੂੰ ਇਹ ਸੀਗਾ ਦਰਦ ਸੀਗਾ ਵੀ ਸਾਡਾ ਆਪਣਾ ਹੈ ਨਹੀਂ। ਤੇ ਉਹਨਾਂ ਨੇ ਈਵਨ ਹੁਣ ਵੀ ਮੈਂ ਜਦੋਂ ਅੰਦਰ ਹੁੰਦਾ ਸੀ ਜੇਲ੍ਹ ਦੇ, ਤੇ ਕੋਈ ਵੀ ਮੇਰੇ ਘਰ ਕੋਈ ਜ਼ਰੂਰਤ ਹੁੰਦੀ ਸੀ, ਉਹ ਮੇਰੇ ਕਹੇ ਬਗੈਰ ਹੀ ਉਹ ਮੇਰੇ ਘਰ ਸਿੰਘਣੀ ਨਾਲ ਗੱਲਬਾਤ ਕਰਦੇ ਰਹਿੰਦੇ ਸੀ, ਤੇ ਉਹਨਾਂ ਨੇ ਮੈਨੂੰ ਕਿਤੇ ਡੋਲਣ ਨਹੀਂ ਦਿੱਤਾ। ਤੇ ਇਸੇ ਕਰਕੇ ਜਦੋਂ ਤੁਹਾਨੂੰ ਇੱਦਾਂ ਫੀਡਬੈਕ ਥੋੜ੍ਹਾ ਮਿਲਦਾ, ਫਿਰ ਤੁਸੀਂ ਥੋੜ੍ਹਾ ਜਿਹਾ ਮੈਂਟਲੀ ਤੌਰ 'ਤੇ ਠੀਕ ਰਹਿੰਦੇ ਹਾਂ। ਚੜ੍ਹਦੀ ਕਲਾ 'ਚ ਤੇ ਬਾਕੀ ਤਾਂ ਪਰੇਸ਼ਾਨੀਆਂ ਜੇਲ੍ਹ ਦੀਆਂ ਹੈਗੀਆਂ ਹੀ ਆ। ਤੇ ਮੈਨੂੰ ਹਾਈ ਕੋਰਟ 'ਚ ਵੀ ਬਹੁਤ ਵੱਡਾ ਕੇਸ ਲੜਨਾ ਪਿਆ, ਬਹੁਤ ਸਾਲ, ਤੇ ਬਹੁਤ ਖਰਚਾ ਹੋਇਆ ਹਾਈ ਕੋਰਟ ਵੀ। ਤੇ ਸੰਸਥਾਵਾਂ ਨੇ ਕੀਤਾ, ਇੱਥੇ ਕੋਈ ਮੈਂ ਨਹੀਂ ਕਹੂੰ, ਕਹਿੰਦੇ ਸਿੱਖ ਰਿਲੀਫ ਵਾਲੇ ਵੀ ਕਰਦੇ ਰਹੇ ਆਪਣੇ, ਉਹਨੇ ਕੀਤਾ ਆਪਣੇ ਇੰਗਲੈਂਡ ਤੋਂ, ਤੇ ਸਾਡੇ ਫੈਡਰੇਸ਼ਨ ਵਾਲੇ ਆ ਉਹਨੇ ਕੀਤਾ, ਤੇ UK ਤੋਂ, ਆਪਣੇ USA ਤੋਂ ਵੀ, ਕੈਨੇਡਾ ਤੋਂ ਵੀ ਜਥੇਬੰਦੀਆਂ ਨੇ, ਪਰਸਨਲ ਵੀ ਇਹਨਾਂ ਨੇ, ਤੇ ਉਹਨਾਂ ਨੇ ਮਦਦ ਕੀਤੀ, ਕਰਦੇ ਰਹੇ। ਹਾਂਜੀ, ਤੁਸੀਂ ਕੈਨੇਡਾ ਦਾ ਜ਼ਿਕਰ ਕੀਤਾ, ਮੈਨੂੰ ਕੈਨੇਡਾ ਬਾਰੇ ਜ਼ਰੂਰ ਦੱਸੋ ਥੋੜ੍ਹਾ ਜਿਹਾ, ਕਿਉਂਕਿ ਸਿੱਖ ਸੰਗਤ ਵੀ ਜਾਣਨਾ ਚਾਹੁੰਦੀ, ਕਿਉਂਕਿ ਲਾਲ ਸਿੰਘ ਨੂੰ ਪਿੰਡ ਅਕਾਲਗੜ੍ਹ ਤੋਂ ਸਾਰੇ ਜਾਣਦੇ ਆ, ਪਰ ਕੈਨੇਡਾ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਕੈਨੇਡਾ 'ਚ ਮੈਂ ਜਦੋਂ ਦਰਬਾਰ ਸਾਹਿਬ ਦੇ ਹਮਲਾ ਹੋਇਆ ਜੀ, ਮੈਂ ਉਦੋਂ ਕੈਨੇਡਾ ਸੀ 84 ਦੇ ਵਿੱਚ। 84 ਦੇ ਵਿੱਚ, ਹਾਂਜੀ। ਉਦੋਂ ਮੈਂ ਕੈਨੇਡਾ, ਕਿੰਨਾ ਚਿਰ ਪਹਿਲਾਂ ਗਏ ਸੀ ਤੁਸੀਂ ਉੱਥੇ? ਮੈਂ ਫਿਰ ਕੈਨੇਡਾ ਸੀ ਉਦੋਂ, ਉਸ ਤੋਂ ਬਾਅਦ ਫਿਰ ਅਮਰੀਕਾ ਚਲੇ ਗਿਆ, ਤੇ ਉੱਥੇ ਅਮਰੀਕਾ ਦੇ ਵਿੱਚ ਪਹਿਲਾ ਕੇਸ ਪਿਆ ਮੇਰੇ 'ਤੇ, ਤੇ ਉੱਥੋਂ ਫਿਰ ਬਸ ਇੱਦਾਂ ਹੀ ਭੱਜਦੇ ਜਾਂ ਗਾਂ ਦੀਆਂ ਚੱਲਦੇ। ਤੋਂ ਬਾਅਦ 'ਚ ਤੁਸੀਂ ਉੱਥੇ ਗਏ? ਪਹਿਲਾਂ ਗਏ ਸੀ। 1984 ਦੀ ਗੱਲ, ਅਰੈਸਟ ਤਾਂ ਮੈਂ 92 'ਚ ਹੋਇਆ। ਤੇ ਹਾਂਜੀ, ਤੇ ਇੱਦਾਂ ਸਫ਼ਰ ਰਿਹਾ ਕੈਨੇਡਾ ਅਮਰੀਕਾ ਦਾ। ਐਕਚੁਅਲੀ ਮੈਂ 78 ਦੇ ਵਿੱਚ ਗ੍ਰੀਸ ਚਲ ਗਿਆ ਸੀ ਪਹਿਲਾਂ, ਉੱਥੇ 6 ਸਾਲ ਕੰਮ ਕੀਤਾ ਸ਼ਿਪ ਦੇ ਵਿੱਚ।
ਕੇਸ ਲੜਨ ਦੇ ਵਿੱਚ ਤੁਸੀਂ ਦੱਸਿਆ ਕਿ ਜਿਵੇਂ ਵਿਜੇ ਕੁਮਾਰ ਜਿੰਦਲ ਲਾਸਟ ਤੱਕ ਤੁਹਾਡਾ ਕੇਸ ਲੜਦੇ ਰਹੇ ਆ। ਵਿਜੇ ਕੁਮਾਰ ਜਿੰਦਲ ਨਾਲ ਕਿਹੋ ਜਿਹਾ ਸੰਬੰਧ ਆ ਹੁਣ, ਕਿਸ ਤਰ੍ਹਾਂ ਲੱਗਦਾ? ਬਹੁਤ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਆ, ਹੁਣ ਵੀ ਮਿਲ ਕੇ ਆਏ ਸੀ ਅਸੀਂ, ਤੇ ਉਹਨਾਂ ਨੇ ਜਾਣੀ ਕਿ ਕੇਸ ਕਲਾਇੰਟ ਦੇ ਤੌਰ 'ਤੇ ਤਾਂ ਭੁੱਲ ਗਏ ਸੀਗੇ, ਉਹ ਇੱਕ ਫੈਮਿਲੀ ਜਾਂ ਆਪਣੇ ਬੱਚੇ ਦਾ ਇੱਦਾਂ ਕਰਦੇ ਹੁੰਦੇ ਆ, ਤੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਹੀ ਜੇ ਨੋਟਿਸ ਕਰਨਾ ਕੀ ਕਰ ਸਕਦਾ ਹੁਣ ਫਿਰ ਕਹਿਣਾ ਵੀ, ਤੇ ਹੁਣ ਬਹੁਤ ਖੁਸ਼ ਹੋਏ ਉਸ ਦਿਨ ਜਿੱਦਾਂ ਦੱਸਿਆ ਵੀ ਮੇਰੇ ਇੱਦਾਂ ਹੁਣ ਪੇਪਰ ਆ ਗਏ ਆ, ਤੇ ਕਹਿੰਦੇ ਚੱਲ ਹੁਣ ਬਾਅਦ 'ਚ ਮਿਲਣ ਆਈ ਤੇ ਮੈਂ ਫਿਰ ਤੈਨੂੰ ਬਾਕੀ ਗੱਲਾਂ ਕਰਾਂਗੇ ਜੀ। 28 ਸਾਲ ਦਾ ਲੰਬਾ ਸਮਾਂ ਸੀ, ਆਸ ਹੈਗੀ ਸੀ ਕਿ ਰਿਹਾਈ ਹੋ ਜਾਊਗੀ, ਤੁਹਾਨੂੰ ਕੀ ਲੱਗਦਾ ਸੀ ਅੰਦਰ? ਆਸ ਜੀ ਇੱਦਾਂ ਆ, ਜਦੋਂ ਆਮ ਕੈਦੀ ਦੇ ਲਈ 10 12 14 ਸਾਲ ਹੈਗੇ ਆ, ਹਾਰਡ ਆ, ਤੇ ਸਾਡਾ ਕੋਈ ਲਿਮਟ ਹੀ ਨਹੀਂ ਰਹਿ ਰਹੀ ਸੀ, ਤੇ ਆਸ ਤਾਂ ਇੱਦਾਂ ਸੀ ਵੀ ਹੁਣ ਹਾਈ ਕੋਰਟ ਵੀ ਤੁਸੀਂ ਖਰਚ ਕਰੀ ਜਾਂਦੇ ਆ, ਸੁਪਰੀਮ ਕੋਰਟ ਵੀ ਜਾਏ, ਤੇ ਆਪਣੇ ਗੱਲਬਾਤ ਵੀ ਚੱਲੀ ਗਈ, ਤੇ ਪਰ ਕਈ ਵਾਰ ਇੱਦਾਂ ਹੋਇਆ ਵੀ ਅੱਜ ਇਸ ਪੈਰੋਲ ਤੋਂ ਬਾਅਦ ਤੂੰ ਵਾਪਸ ਨਹੀਂ ਜਾਏਗਾ, ਰਿਹਾਈ ਆ ਗਈ ਆ, ਇਸ ਪੈਰੋਲ ਆਸ ਬਣਦੀ ਸੀ ਪਰ ਹਾਥ ਬਣਦੀ ਸੀ, ਫੇਰ ਟੁੱਟ ਜਾਂਦੀ ਸੀ, ਤੇ ਇਸ ਤਰ੍ਹਾਂ ਕਾਫੀ ਜਿੱਦਾਂ ਹੁਣ ਦੇਖੋ 550 ਸਾਲਾ ਗੁਰਪੁਰਬ 'ਤੇ ਇਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਲਈ ਸੈਂਟਰ ਗੌਰਮੈਂਟ ਨੇ ਨੋਟੀਫਿਕੇਸ਼ਨ ਜਾਰੀ ਕੀਤਾ, ਭਾਜਪਾ ਸਰਕਾਰ ਨੇ ਜੋ ਆਪਣਾ ਐਲਾਨ ਕੀਤਾ ਸੀ, ਉਹਦੇ ਵਿੱਚ ਦੋ ਸਿੰਘ ਸੀ ਹੋਏ ਆਪਣੇ ਆ ਰਿਹਾ, ਆਨੰਦ ਸਿੰਘ ਤੇ ਸੁਵੇਗ ਸਿੰਘ ਹੋਏ ਸੀ, ਬਾਕੀ ਤਾਂ ਪਹਿਲਾਂ ਹੀ ਜਾ ਚੁੱਕੇ। ਬਾਕੀ ਜਿਹੜੇ ਜਿੱਦਾਂ ਹੁਣ ਇੱਕ ਮੇਰਾ ਨਾਂ ਸੀ, ਇੱਕ ਗੁਰਦੀਪ ਸਿੰਘ ਖੇੜਾ ਤੇ ਦਵਿੰਦਰਪਾਲ ਸਿੰਘ ਭੁੱਲਰ, ਤਿੰਨੇ ਰਹਿ ਗਏ ਸੀਗੇ। ਭੁੱਲਰ ਸਾਹਿਬ ਦੇ ਵੀ ਉਹ ਆ ਗਿਆ, ਸਟੇ ਕਰ ਲਈ ਉਹਨਾਂ ਨੇ, ਵਿੱਚ ਉਹਨਾਂ ਨੇ ਸਟੇ ਲਾਤੀ ਤੇ ਉਹਨਾਂ ਨੇ ਰੁਕ ਗਈ, ਤੇ ਉਧਰ ਕਰੋਨਾ ਆ ਗਿਆ ਕਰਕੇ ਉਹ ਤਰੀਕ ਕਿਤੇ ਨਹੀਂ ਜਾ ਸਕੇ ਸੁਪਰੀਮ ਕੋਰਟ ਦਿੱਲੀ, ਤੇ ਖੇੜਾ ਸਾਹਿਬ ਦੇ ਮੇਰਾ ਪੇਪਰ ਗਿਓ ਆ। ਉਹ ਇਸੇ ਤਰ੍ਹਾਂ ਆਪਣੇ 3 ਸਿੰਘ ਬਡੈਲ ਜੇਲ੍ਹ 'ਚ, ਲਖਵਿੰਦਰ, ਗੁਰਮੀਤ ਤੇ ਸ਼ਮਸ਼ੇਰ ਸਿੰਘ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਤੇ 2 ਰਾਜਸਥਾਨ 'ਚ ਨੇ, ਦਇਆ ਸਿੰਘ ਲਾਹੌਰੀਆ ਤੇ ਹਰਨੇਕ ਸਿੰਘ ਭਾ। ਆ ਸਕੇ ਹੁਣ ਸਮਝ ਖੁਸ਼ਖਬਰੀ ਆਉਣਗੀਆਂ ਸਾਰੇ। ਮੈਂ ਨਹੀਂ ਆਸ ਮੈਂ ਇਹੀ ਰੱਖਦਾ ਆ ਕਿ ਅੱਜ ਮੈਂ ਰਿਹਾ ਹੋਇਆ, ਭਾਵੇਂ ਮੈਨੂੰ ਖੁਸ਼ੀ ਆ, ਪਰ ਜਿੱਦਾਂ ਨੋਟੀਫਿਕੇਸ਼ਨ ਆਇਆ ਸੀ ਵੀ ਬੰਦੀ ਸਿੰਘ ਰਿਹਾ ਕਰਨੇ ਆ, ਕਾਸ਼ ਕਿਤੇ ਸਾਰੇ ਇੱਦਾਂ ਸਾਰੇ ਹੁੰਦੇ, ਤੇ ਪਰ ਫਿਰ ਵੀ ਮੈਂ ਸਰਕਾਰਾਂ ਦਾ, ਜਿਵੇਂ ਸੈਂਟਰ ਸਰਕਾਰ ਦਾ ਵੀ ਤੇ ਆਪਣੇ ਪੰਜਾਬ ਸਰਕਾਰ ਦਾ ਜਿਹਨੇ ਸਾਰੇ ਪੇਪਰ ਭੇਜੇ, ਧੰਨਵਾਦ ਵੀ ਕਰਦਾ, ਤੇ ਇੱਕ ਆਸ ਵੀ ਕਰਦਾ ਵੀ ਬਾਕੀ ਬੰਦੀ ਸਿੰਘਾਂ ਦੇ ਲਈ ਵੀ ਜੋ ਵੀ ਹੋ ਸਕੇ, ਸਾਨੂੰ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਵੀ, ਸਾਡੇ ਪੋਲੀਟੀਕਲ ਲੀਡਰਾਂ ਨੂੰ ਵੀ, ਕੁਛ ਵੀ ਜੋ ਵੀ ਪੈਨਲ ਬਣਾ ਸਕਦੇ, ਕੋਈ ਪ੍ਰੋਬਲਮ ਹੈ ਵੀ ਅਸੀਂ ਇਕੱਠੇ ਨਹੀਂ ਗਏ, ਅਸੀਂ ਆਪਣੀ ਇੱਕ ਮੁੱਦਾ ਲੈ ਕੇ, ਇੱਕ ਆਵਾਜ਼ ਲੈ ਕੇ ਜੇ ਕਿਸੇ ਨਾਲ ਗੱਲ ਕਰੀਏ ਤਾਂ ਗੱਲ ਜ਼ਰੂਰ ਸੁਣੀ ਜਾਂਦੀ ਆ, ਆਖਰ ਤਾਂ ਕਿਸੇ ਨਾਲ ਗੱਲ ਕਰੋਗੇ ਤੁਸੀਂ, ਗੱਲ ਕੀਤਿਆਂ ਹੀ ਇਹ ਕੇਸ ਹੋਣੇ ਆ, ਇੱਥੇ ਸਪਸ਼ਟ ਆ, ਬਗੈਰ ਗੱਲ ਕੀਤਿਆਂ ਇਹ ਰਿਹਾਈਆਂ ਨਹੀਂ ਹੋਣੀਆਂ, ਤੇ ਇਹ ਕੌਮ ਨੂੰ ਇਹ ਜਿੰਨੀ ਜਲਦੀ ਹੋਵੇ ਇਹ ਜ਼ਰੂਰ ਕਰਨਾ ਚਾਹੀਦਾ। ਵੈਸੇ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ, ਜੇ ਆਪਾਂ ਮੋਰਚਿਆਂ ਦੀ ਗੱਲ ਕਰੀਏ, ਮੋਰਚੇ ਬੜੇ ਵੱਡੇ ਲੱਗੇ ਆ, ਭਾਵੇਂ ਅੰਬ ਸਾਹਿਬ ਦਾ ਮੋਰਚਾ ਸੀ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ, ਬਾਪੂ ਸੂਰ ਸਿੰਘ ਭੁੱਖੜਤਾ ਰੱਖਦੇ ਆ, ਬਰਗਾੜੀ ਦੇ ਵਿੱਚ 6.5 ਮਹੀਨੇ ਮੋਰਚਾ ਚੱਲਦਾ। ਸਫਲਤਾਵਾਂ ਵੱਲ ਆਪਾਂ ਨਾ ਜਾਈਏ, ਉਸ ਪਾਸੇ ਨਾ ਜਾਈਏ, ਪਰ ਮੋਰਚਿਆਂ ਦੀ ਜੇ ਗੱਲ ਕਰੀਏ ਤੇ ਕੀ ਲੱਗਦਾ ਤੁਹਾਨੂੰ, ਉਹ 'ਚੋਂ ਕੁਛ ਨਿਕਲਿਆ, ਕੁਛ ਮਿਲਿਆ ਲੱਗਦਾ ਤੁਹਾਨੂੰ? ਨਹੀਂ, ਜਿਹੜਾ ਅੰਬ ਸਾਹਿਬ ਦਾ ਮੋਰਚਾ ਸੀ ਉਹ 'ਚੋਂ ਇੱਕ ਚੀਜ਼ ਤਾਂ ਜਾਣੀ ਆ ਗਈ ਸੀਗੀ, ਜਿਹੜੀ ਚਲੋ ਹਕੀਕਤ ਮੈਂ ਉੱਥੇ ਹੀ ਸੀਗਾ, ਮੇਰੀ ਤਾਂ ਪਰੋਲ ਰੈਗੂਲਰ ਹੁੰਦੀ ਸੀਗੀ, ਤੁਹਾਡੀ ਫੋਟੋ ਵੀ ਹਾਂਜੀ, ਮੈਨੂੰ ਰਾਤ ਨੂੰ ਲੈ ਦੀ ਰਿਹਾ ਕਰਤਾ, ਮੈਂ ਤਾਂ ਪਰੋਲ 'ਤੇ ਸੀ, ਪਰੋਲ 'ਤੇ ਆ ਗਿਆ। ਲੇਕਿਨ ਉੱਥੋਂ ਇੱਕ ਗੱਲ ਜ਼ਰੂਰ ਹੋ ਗਈ, ਮੈਂ ਉੱਥੇ ਖੜ ਕੇ ਹੀ ਸੰਗਤ 'ਚ ਵੀ ਇਹੀ ਕਿਹਾ ਸੀ ਵੀ ਸਾਨੂੰ ਇੱਥੋਂ ਜੋ ਮਿਲਿਆ, ਜਿਹੜੇ ਬਰੈਲ ਵਾਲੇ ਸਿੰਘ ਸੀ ਤਿੰਨਾਂ ਨੂੰ ਦੀ ਪਰੋਲ ਚਾਲੂ ਹੋ ਗਈ, ਉਹਨਾਂ ਨੂੰ ਪਰੋਲ ਨਹੀਂ ਸੀ ਮਿਲਦੀ। ਪਰ ਲੱਗਦਾ ਸੀ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਤੇ ਇਹ ਵੀ ਨਹੀਂ ਸੀ ਪਤਾ ਬਹੁਤਿਆਂ ਨੂੰ, ਤੇ ਕਿ ਤੁਸੀਂ ਅੰਦਰ ਦੇ ਵਿੱਚ ਜੇ ਮੋਰਚੇ ਲੱਗੇ ਆ, ਭਾਵੇਂ ਅੰਬ ਸਾਹਿਬ ਦਾ ਸੀ ਜਾਂ ਬਾਪੂ ਸੂਰ ਸਿੰਘ ਦੀ ਗੱਲ ਕਰੀਏ ਜਾਂ ਬਰਗਾੜੀ ਮੋਰਚੇ ਦੀ ਗੱਲ ਕਰੀਏ, ਤੇ ਘਰ 'ਚੋਂ ਆਵਾਜ਼ ਨਿਕਲੀ ਸੀ ਬਾਅਦ 'ਚ ਕੀ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ। ਮੈਂ ਜਦੋਂ ਅੰਬ ਸਾਹਿਬ ਆਇਆ ਤਾਂ ਮੈਨੂੰ ਸਾਰੀ ਰਾਤ ਨੌਜਵਾਨ ਖਾਸ ਕਰਕੇ ਮੈਨੂੰ ਬੈਠਣ ਨਹੀਂ ਦਿੰਦੇ ਹੁੰਦੇ ਸੀ, ਉਹਨੇ ਮੈਨੂੰ ਪੁੱਛਣਾ ਇੱਦਾਂ ਤੁਸੀਂ ਅੱਜ ਕਰਦੇ ਆ, ਮੇਰੇ ਨਾਲ ਉਹਨੇ 2-2 ਘੰਟੇ ਬਿਤਾਉਣੇ, ਸਾਰੀ ਗੱਲਾਂ ਪੁੱਛਣੀਆਂ, ਬਹੁਤ ਉਹਨਾਂ 'ਚ ਪਿਆਰ ਸੀ ਤੇ ਬਹੁਤ ਹੌਸਲਾ ਸੀਗਾ, ਤੇ ਜਿੰਨਾ ਉਤਸ਼ਾਹ ਸੀਗਾ ਜਾਣ ਕੇ, ਲੇਕਿਨ ਬਸ ਆਤਮ ਦੱਸਿਆ ਵੀ 3 ਸਿੰਘਾਂ ਦੀ ਪਰੋਲ ਜ਼ਰੂਰ ਉੱਥੋਂ ਚੱਲਦੀ ਆ, ਤੇ ਬਾਕੀ ਰਿਹਾਈਆਂ ਤਾਂ ਉੱਥੋਂ, ਪਰ ਗੁਰਬਖਸ਼ ਸਿੰਘ ਉਹਨਾਂ ਦਾ ਵੀ ਬਹੁਤ ਦੇਣਾ ਵੀ ਮੁੱਦਾ ਇੱਕ ਜੋ ਬੰਦੀ ਸਿੰਘਾਂ ਦਾ ਸੀ ਪੂਰੀ ਦੁਨੀਆ 'ਚ ਆ ਗਿਆ, ਤੇ ਲੋਕਾਂ ਨੇ ਉਦੋਂ ਮੈਂ ਜੋ ਅਸੀਂ ਦੇਖਿਆ ਵੀ ਬੱਚਿਆਂ ਨੇ ਵੀ ਕੈਨੇਡਾ, ਅਮਰੀਕਾ, ਇੰਗਲੈਂਡ ਵਿੱਚ ਸੜਕਾਂ ਦੇ ਬਹਿ ਕੇ ਅਰਦਾਸਾਂ ਕੀਤੀਆਂ ਤੇ ਉਹ ਕੀਤੇ, ਧਰਨੇ ਦਿੱਤੇ, ਬਹੁਤ ਜ਼ਿਆਦਾ ਅਰਦਾਸਾਂ ਦਾ। ਹਾਂ, ਉਸ 'ਤੇ ਮੈਂ ਹੁਣ ਉਹੀ ਕਹਿੰਦਾ ਜੀ, ਮੈਂ ਬਾਰ-ਬਾਰ ਕਹਿੰਦਾ ਕਿ ਮੈਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਬਹੁਤ ਹੀ ਦੇਣਦਾਰ ਹਾਂ, ਮੈਂ ਕਦੇ ਨਹੀਂ ਭੁੱਲਦਾ, ਤੇ ਉਹਨਾਂ ਦੀਆਂ ਅਰਦਾਸਾਂ ਦਾ ਸਦਕਾ ਹੀ ਵੀ ਅੱਜ ਇਹ ਇੱਕ ਚੱਲੀ ਹੈਗੀ, ਜੇ ਅੱਜ ਮੈਂ ਰਿਹਾ ਹੋਇਆ ਤੇ ਮੈਂ ਵੀ ਅਰਦਾਸ ਹਮੇਸ਼ਾ ਇਹੀ ਕਰੂੰਗਾ, ਤੇ ਪਰਮਾਤਮਾ ਸੱਚੇ ਪਾਤਸ਼ਾਹ ਬਾਕੀ ਬੰਦੀ ਸਿੰਘਾਂ ਦੀਆਂ ਵੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ
ਵੀ ਉਹਨਾਂ ਦੀ ਰਿਹਾਈ ਸੰਭਵ ਹੋਣੀ ਚਾਹੀਦੀ ਜਿੰਨੀ ਜਲਦੀ। ਭਾਈ ਲਾਲ ਸਿੰਘ ਅਕਾਲਗੜ੍ਹ ਜਿਨ੍ਹਾਂ ਨਾਲ ਆਪਣੀ ਗੱਲਬਾਤ ਚੱਲ ਰਹੀ ਆ, ਭਾਈ ਲਾਲ ਸਿੰਘ ਦੀ ਪੱਕੀ ਰਿਹਾਈ ਹੋ ਚੁੱਕੀ ਆ। 1-2 ਸਿੰਘ ਪਹਿਲਾਂ ਵੀ ਰਿਹਾ ਹੋਇਆ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੇ ਸਮੇਂ-ਸਮੇਂ ਤੇ ਮੋਰਚੇ ਲੱਗੇ ਆ ਤੇ ਭਾਈ ਸਾਹਿਬ ਨੇ ਇੱਕ ਸਿਹਰਾ ਜ਼ਰੂਰ ਦਿੱਤਾ ਕਿ ਜੇ ਆਵਾਜ਼ ਬੁਲੰਦ ਹੋਈ ਸੀ, ਭਾਵੇਂ ਉਹ ਕਿ ਅੰਬ ਸਾਹਿਬ ਮੋਰਚੇ ਦੇ ਵਿੱਚ ਇੱਕ ਫੋਟੋ ਭਾਈ ਸਾਹਿਬ ਦੀ ਜ਼ਰੂਰ ਵਾਇਰਲ ਹੋ ਰਹੀ ਆ। ਉਹ ਫੋਟੋ ਜਦੋਂ ਵੇਖਦੇ ਆ ਤੇ ਲੱਗਦਾ ਕਿ ਉਸ ਟਾਈਮ ਦੇ ਉੱਤੋਂ ਜੇ ਘਰ ਘਰ ਦੀ ਆਵਾਜ਼ ਦੀ ਗੱਲ ਕਰਦੇ ਆ, ਸਾਡੀ ਪੀੜ੍ਹੀ ਦੀ ਗੱਲ ਕਰਦੇ ਆ, ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਸਾਡੇ ਨੌਜਵਾਨ ਪੀੜ੍ਹੀ ਨੂੰ ਪਤਾ ਲੱਗਾ ਕਿ ਸਾਡੇ ਬੰਦੀ ਸਿੰਘ ਜਿਹੜੇ ਕਿ ਇੰਨੇ ਚਿਰ ਤੋਂ ਅਜੇ ਰਿਹਾਈਆਂ ਨਹੀਂ ਹੋ ਸਕੀਆਂ। ਹਰ ਘਰ ਦੇ ਵਿੱਚ ਅਰਦਾਸ ਬੇਨਤੀ ਹੋਈ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਦਾ ਕੁਛ ਨਾ ਕੁਛ ਮੁੱਲ ਪੈਣਾ ਚਾਲੂ ਹੋਇਆ। ਪਰੌਲਾਂ ਮਿਲੀਆਂ, ਪਰੌਲਾਂ ਤੋਂ ਬਾਅਦ ਦੇ ਵਿੱਚ ਹੁਣ ਪੱਕੀਆਂ ਰਿਹਾਈਆਂ ਚਾਲੂ ਹੋ ਜਾਵਾਂ। ਸਰਕਾਰਾਂ ਨੂੰ ਵੀ ਬੇਨਤੀ ਆ ਕਿ ਬੜਾ ਲੰਬਾ ਸਮਾਂ ਹੋ ਚੁੱਕਾ। ਅਕਾਲ ਚੈਨਲ ਦੇ ਮਾਧਿਅਮ ਨਾਲ ਅਸੀਂ ਆਸ ਵੀ ਰੱਖਦੇ ਹਾਂ ਕਿ ਕੁਛ ਖੁਸ਼ੀ ਦੇ ਪਲ ਜੇ ਅੱਜ ਲਾਲ ਸਿੰਘ ਦੇ ਪਰਿਵਾਰ ਦੇ ਵਿੱਚ ਆ ਤੇ ਆਪਾਂ ਕੱਲ੍ਹ ਨੂੰ ਹੋਰ ਪਰਿਵਾਰਾਂ ਦੇ ਵਿੱਚ ਵੀ ਖੁਸ਼ੀ ਦੇ ਪਲ ਵੇਖਾਂਗੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਪੱਕੀਆਂ ਰਿਹਾਈਆਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ। ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਬੜੇ ਲੰਬੇ ਸਮੇਂ ਤੋਂ ਸਮਾਂ ਹੋ ਚੁੱਕਾ ਸੀ, ਇਹਦੇ ਬੜਾ ਲੰਬਾ ਪ੍ਰੋਸੈਸ ਵੀ ਚੱਲਿਆ, ਸਮੇਂ-ਸਮੇਂ ਤੇ ਵਕੀਲ ਬਦਲੇ ਗਏ, ਪਰ ਰਿਹਾਈ ਅੱਗੇ ਤੋਂ ਅੱਗੇ ਪੈਂਦੀ ਗਈ। ਇੱਕ ਵਾਰੀ ਫਿਰ ਭਾਈ ਸਾਹਿਬ ਵੱਲ ਚੱਲਦੇ ਹਾਂ। ਦੇਸ਼ਾਂ ਵਿਦੇਸ਼ਾਂ 'ਚ ਤੁਹਾਨੂੰ ਇਸ ਟਾਈਮ ਦੇਖਿਆ ਜਾ ਰਿਹਾ ਅਕਾਲ ਚੈਨਲ ਦੇ ਮਾਧਿਅਮ ਰਾਹੀਂ। ਸੰਗਤ ਨੂੰ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ? ਚੜ੍ਹਦੀ ਕਲਾ ਦੇ ਵਿੱਚ ਹੀ ਰਹੇ ਹੋ ਤੁਸੀਂ, ਅਜੇ ਤੱਕ ਗੁਰੂ ਸਾਹਿਬ ਦੇ ਨਾਲ ਲੜ ਲੱਗੇ ਰਹੇ ਹੋ, ਕਿਉਂਕਿ ਜਦੋਂ ਤਸਵੀਰ ਤੁਹਾਡੀ ਵਾਇਰਲ ਹੁੰਦੀ ਹੈ ਨਾ ਤੇ ਕਿਤੇ ਨਾ ਕਿਤੇ ਹਰ ਇੱਕ ਕਮੈਂਟ ਥੱਲੇ ਹੁੰਦਾ ਕਿ ਭਾਈ ਲਾਲ ਸਿੰਘ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੇ ਹਮੇਸ਼ਾ ਹੀ। ਬਸ ਇਹੀ ਸੰਗਤਾਂ ਦੀਆਂ ਹੀ ਦੁਆਵਾਂ ਆ, ਉਹਨਾਂ ਦੇ ਪਿਆਰ ਨੇ, ਅਰਦਾਸਾਂ ਨੇ ਮੈਨੂੰ ਪਹਿਲਾਂ ਮੈਨੂੰ ਡੋਲਣ ਨਹੀਂ ਦਿੱਤਾ, ਮੈਨੂੰ ਸਿੱਦਕੀ ਬਣਾਈ ਰੱਖਿਆ। ਮੈਂ ਇੱਕ ਆਪਣੇ ਸੁਭਾਅ ਦੇ ਮੁਤਾਬਕ ਵੀ ਕਿਸੇ ਦਾ ਕਦੇ ਉਹ ਵਿਰੋਧਤਾ ਨਹੀਂ ਕਰਦਾ ਕਿਸੇ ਦੀ, ਤੇ ਪਿਆਰ ਹੀ ਵੰਡਿਆ ਸਾਰਿਆਂ ਨੂੰ। ਉੱਥੇ ਜੇਲ੍ਹ ਦੇ ਵਿੱਚ ਵੀ ਜਿੰਨੇ ਨਵੇਂ ਸਿੰਘ ਜਾਣੇ ਸਾਰਿਆਂ ਨੂੰ ਆਪਣੇ ਬੱਚਿਆਂ ਵਾਂਗੂ ਭਰਾਵਾਂ ਵਾਂਗੂ ਨਾਂ ਰੱਖਿਆ। ਉਹਨਾਂ ਦੀ ਖਾਤਰ ਕਈ ਵਾਰੀ ਪ੍ਰਸ਼ਾਸਨ ਨਾਲ ਵੀ ਹੋਣਾ ਤੇ ਉਹਨਾਂ ਨੂੰ ਸੰਭਾਲ ਕੇ ਰੱਖਿਆ। ਤੇ ਇਸੇ ਕਰਕੇ ਮੇਰੇ ਇਲਾਕੇ ਦੇ ਵਿੱਚ ਵੀ ਮੇਰੀ ਬਹੁਤ ਸਾਰੇ ਇਲਾਕਾ ਵਾਸੀ ਬਹੁਤ ਕਰਦੇ ਆ। ਮੇਰੇ ਨਗਰ ਦੀਆਂ ਜਿੰਨੀਆਂ ਪੰਚਾਇਤਾਂ ਬਣੀਆਂ, ਜਿੰਨੇ ਘਰ ਆ, ਮੇਰਾ ਬਹੁਤ ਸਤਿਕਾਰ ਕਰਦਾ। ਮੈਂ ਵੀ ਇਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ। ਇਹਨਾਂ ਨੇ ਮੇਰਾ ਪਰਿਵਾਰ ਦਾ ਮੇਰਾ ਹਰ ਸਮੇਂ ਸਾਥ ਦਿੱਤਾ। ਮੇਰੇ ਚਾਚੇ ਦੇ ਲੜਕੇ, ਮੇਰੇ ਭਰਾ, ਕਦੇ ਸਾਨੂੰ ਇੱਦਾਂ ਹੋਇਆ ਨਹੀਂ ਵੀ ਚਾਚੇ ਤਾਏ ਦੇ ਆ। ਉਹਨੇ ਆਪਣੇ ਭਰਾ ਵਾਂਗੂ ਹੀ ਮੈਨੂੰ ਰੱਖਿਆ ਤੇ ਮੇਰੀ ਮਦਦ ਵੀ ਕੀਤੀ ਅਤੇ ਮੇਰੇ ਨਾਲ ਖੜ੍ਹੇ। ਹੁਣ ਤੇ ਭਾਈ ਲਾਲ ਸਿੰਘ ਵਾਸਤੇ ਸਾਰੇ ਪਰਿਵਾਰ ਦੀ ਨਾਲ ਗੱਲ ਕਰੀਏ, ਪੂਰੇ ਦੁਨੀਆ ਭਰ ਤੋਂ ਅਰਦਾਸ ਬੇਨਤੀਆਂ ਹੋਈਆਂ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਬਿਲਕੁਲ, ਮੈਂ ਉਹਨਾਂ ਨੂੰ ਇਹੀ ਕਹਿ ਦਿੰਦਾ ਵੀ ਤੁਸੀਂ ਜੇ ਤੁਹਾਡੀਆਂ ਅਰਦਾਸਾਂ ਦਾ ਸਦਕਾ, ਪਹਿਲਾਂ ਤਾਂ ਸਾਡੀ ਜਿਹੜੀ ਜ਼ਿੰਦਗੀ ਅਸੀਂ ਇੱਥੇ ਬੈਠੇ ਹਾਂ, ਸਾਨੂੰ ਆਪਣਾ ਇਹ ਹੀ ਨਹੀਂ ਸੀਗਾ ਵੀ ਸ਼ਾਇਦ ਕਦੇ ਦੁਬਾਰਾ ਰਿਹਾਈ ਹੋਵੇ ਜਾਂ ਦੁਨੀਆ 'ਚ ਜਾਵਾਂਗੇ। ਉਹਨਾਂ ਦੀਆਂ ਅਰਦਾਸਾਂ ਦਾ ਸਦਕਾ ਹੀ ਅੱਜ ਮੈਂ ਤੁਹਾਡੇ ਅੱਗੇ ਰੂਬਰੂ ਹੋ ਰਿਹਾ। ਮੈਂ ਤੁਹਾਡਾ ਧੰਨਵਾਦ ਕਰ ਰਿਹਾ। ਮੈਂ ਫਿਰ ਤੁਹਾਡਾ ਸਾਰਿਆਂ ਦਾ, ਬੱਚਿਆਂ ਦਾ, ਬੀਬੀਆਂ ਦਾ, ਆਪਣੇ ਸਾਰੀਆਂ ਹੀ ਸਿੱਖ ਸੰਗਤਾਂ ਦਾ, ਮੈਂ ਪਰਸਨਲ ਕਿਸੇ ਦਾ ਇਸ ਕਰਕੇ ਨਹੀਂ ਲੈਂਦਾ, ਫਿਰ ਬਹੁਤ ਵੱਡਾ ਸਿੱਖ ਪਰਿਵਾਰ ਹੈ। ਬਿਲਕੁਲ ਸਿੱਖ ਪਰਿਵਾਰ ਬਹੁਤ ਵੱਡਾ, ਅਤੇ ਉਹ ਛੋਟਾ ਵੱਡਾ ਬਹੁਤ ਵੱਡਾ ਗਿਲਾ ਹੋ ਜਾਂਦਾ ਕਿ ਪਰਸਨਲ ਜਥੇਬੰਦੀ ਦਾ ਵੀ ਨਹੀਂ। ਮੈਨੂੰ ਹਰੇਕ ਨੇ ਪਿਆਰ ਦਿੱਤਾ ਅਤੇ ਮੈਨੂੰ ਹਰੇਕ ਨੇ ਮੇਰੀ ਕੀਤੀ ਹੈ। ਸਮੁੱਚੀਆਂ ਜਥੇਬੰਦੀਆਂ, ਸਮੁੱਚੀਆਂ ਹੀ ਪੰਥਕ ਸ਼ਖਸੀਅਤਾਂ ਜਿੰਨੀਆਂ ਆਈਆਂ ਬਾਹਰ ਅੰਦਰ ਇੱਥੇ ਵਾਲੀਆਂ, ਮੇਰੇ ਨਾਲ ਬਹੁਤ ਹੀ ਪਿਆਰ ਨਾਲ, ਸਤਿਕਾਰ ਨਾਲ ਮੇਰੇ ਨਾਲ ਰਹਿੰਦੇ ਆ, ਕਰਦੇ ਆ, ਬੋਲਦੇ ਆ। ਇਸ ਕਰਕੇ ਮੈਂ ਸਾਰਿਆਂ ਦਾ, ਕੋਈ ਮਾਈਂਡ ਬਣਾ ਕਰਿਓ, ਕੋਈ ਸੰਸਥਾ ਵਾਲਾ ਵੀ ਸਾਡਾ ਨਾਂ ਨਹੀਂ ਜਾਂ ਕਿੱਦਾਂ ਨਹੀਂ, ਵੀ ਮੈਂ ਸਾਰਿਆਂ ਦਾ ਉਹ ਕਰਦਾ, ਧੰਨਵਾਦ ਕਰਦਾ ਸਮੁੱਚੀ ਸਿੱਖ ਸੰਗਤਾਂ ਨੂੰ। ਭੁੱਲਾਂ ਚੁੱਕਾਂ ਵੀ ਹੋ ਜਾਂਦੀਆਂ, ਉਹਨਾਂ ਲਈ ਅਸੀਂ ਹਮੇਸ਼ਾ ਮਾਫੀ ਮੰਗਾਂਗੇ। ਧੰਨਵਾਦ ਜੀ। ਭਾਈ ਲਾਲ ਸਿੰਘ ਪਿੰਡ ਅਕਾਲਗੜ੍ਹ ਜਿਨ੍ਹਾਂ ਨਾਲ ਗੱਲਬਾਤ ਚੱਲ ਰਹੀ ਆ, ਪਰੋਲ ਬਹੁਤ ਲੰਬੀ ਸਮੇਂ ਤੋਂ ਆ ਰਹੇ ਸੀ। 2002 ਦੇ ਵਿੱਚ ਵਿਆਹ ਹੁੰਦਾ ਵਾ, ਬੇਟੀ ਨੇ ਜਨਮ ਲਿਆ ਤੇ ਬੇਟੀ ਵੀ ਇਸ ਟਾਈਮ ਜਵਾਨ ਹੋ ਚੁੱਕੀ ਆ, ਪਰ ਇੱਕ ਆਸ ਜੀ ਖਤਮ ਹੋ ਚੁੱਕੀ ਸੀ ਕਿ ਸ਼ਾਇਦ ਪੈਰੋਲ ਤੱਕ ਹੀ ਜ਼ਿੰਦਗੀ ਸੀਮਿਤ ਰਹਿ ਜਾਊਗੀ। ਲੰਬਾ ਸੰਘਰਸ਼ ਬਣ ਚੁੱਕਾ ਸੀ ਕਿਉਂਕਿ ਸਮੇਂ-ਸਮੇਂ ਦੇ ਉੱਤੇ ਵਕੀਲ ਕਰਨੇ, ਉਹਨਾਂ ਦੀਆਂ ਫੀਸਾਂ ਦੇਣੀਆਂ, ਜਿੱਥੇ ਉਹਨਾਂ ਕਿ ਪੂਰੀ ਸਿੱਖ ਕੌਮ ਦਾ ਵੀ ਧੰਨਵਾਦ ਕੀਤਾ ਕਿ ਕੋਈ ਵੀ ਕਿਸੇ ਇੱਕ ਸੰਸਥਾ ਵੱਲੋਂ ਨਹੀਂ, ਪੂਰੀ ਸਿੱਖ ਕੌਮ ਨੇ ਉਹਨਾਂ ਦਾ ਸਾਥ ਦਿੱਤਾ। ਅਰਦਾਸ ਬੇਨਤੀਆਂ ਹੋਈਆਂ। ਜੇ ਮੋਰਚੇ ਦੀ ਗੱਲ ਕਰੀਏ ਤੇ ਭਾਈ ਗੁਰਬਖਸ਼ ਸਿੰਘ ਦਾ ਮੋਰਚੇ, ਬਾਬੇ ਸੂਰ ਸਿੰਘ ਦੀ ਗੱਲ ਕਰਦੇ ਹਾਂ ਤੇ ਜਾਂ ਬਰਗਾੜੀ ਮੋਰਚੇ ਦੀ ਗੱਲ ਕਰਦੇ ਹਾਂ, ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ ਕਿਉਂਕਿ ਕਿਤੇ ਨਾ ਕਿਤੇ ਜਿੱਥੋਂ ਇੱਕ ਤਿਣਕਾ ਭਰ ਵੀ ਕਿਸੇ ਚੀਜ਼ ਦਾ ਅਸਰ ਹੋਇਆ ਤੇ ਉਹਨਾਂ ਦਾ ਭਾਈ ਲਾਲ ਸਿੰਘ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰ ਰਿਹਾ। ਸੌਰੀ ਕਹਿੰਦਾ ਇਹ ਜਦੋਂ ਵੀ ਟਾਈਮ ਹੋਇਆ ਜੀ ਬਾਪੂ ਸੂਰ ਸਿੰਘ ਕੋਲ ਜਾਣਾ ਆ, ਮੈਂ ਦਰਸ਼ਨ ਵੀ ਕਰਾਂਗੇ ਤੇ ਉਹਨਾਂ ਨੂੰ ਮੈਂ ਬੇਨਤੀ ਵੀ ਕਰੂੰਗਾ ਵੀ ਹੁਣ ਤੁਸੀਂ ਜੇ ਹੋ ਸਕੋ ਤੇ ਘਰ ਆਓ ਵੀ ਕੋਈ ਨਹੀਂ, ਚੱਲਦਾ ਮੋਰਚਾ ਥੋੜ੍ਹਾ ਚੱਲ ਪਿਆ ਅੱਗੇ ਨੂੰ, ਤੁਸੀਂ ਆਸ ਹੋਈ ਆ ਵੀ ਗਾਂ ਰਿਹਾਈਆਂ ਹੋਣਗੀਆਂ ਅਤੇ ਅਸੀਂ ਜਾਵਾਂਗੇ ਸਾਰੇ 5-7 ਸਿੰਘ ਇਕੱਠੇ ਹੋ ਕੇ
ਤੇ ਮੈਂ ਥੋੜੇ ਜਿਹਾ ਹੁਣ ਕਰਕੇ ਹੁਣ ਤਾਂ ਵੀ ਬਿਜ਼ੀ ਹੈ ਨਾ ਤੁਸੀਂ, ਚਲੋ ਕਿਉਂਕਿ ਇਸ ਟਾਈਮ ਸੰਗਤਾਂ ਦਾ ਪਿਆਰ ਹੀ ਆਉਂਦੀਆਂ ਬਹੁਤ ਜ਼ਿਆਦਾ ਹੈਗਾ, ਤੇ ਇਸ ਕਰਕੇ ਜਾਵਾਂਗੇ ਅਸੀਂ ਬਾਅਦ ਜੁੜ। ਬਿਲਕੁਲ। ਬਾਪੂ ਸੂਰ ਸਿੰਘ ਨੂੰ ਮਿਲਣ ਵਾਸਤੇ ਵੀ ਜਾਣਗੇ, ਵੇਖਦੇ ਆ ਉਹ ਸਮਾਂ ਵੀ, ਉਹ ਘੜੀ ਕਿਹੜੀ ਆਉਂਦੀ ਹੈ ਕਿ ਬਾਪੂ ਸੂਰ ਸਿੰਘ ਲੰਬੇ ਸਮੇਂ ਤੋਂ ਹਸਪੀਟਲ ਦੇ ਵਿੱਚ ਆ, ਕਿਉਂਕਿ ਸਰਕਾਰ ਵੱਲੋਂ ਉਹਨਾਂ ਨੂੰ ਹਸਪੀਟਲ ਰੱਖਿਆ ਵਾ, ਜਬਰਨ ਉਹਨਾਂ ਨੂੰ ਖਿਲਾਇਆ ਪਿਆ ਜਾ ਰਿਹਾ ਵਾ। ਕਦੋਂ ਆਪਣੇ ਘਰ ਜਾਂਦੇ ਆ, ਬੰਦੀ ਸਿੰਘਾਂ ਦੀਆਂ ਕੁਝ ਰਿਹਾਈਆਂ ਹੋਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਰਿਹਾਈਆਂ ਹੋਣ ਦੀ ਆਸ ਹੈਗੀ ਆ। ਅਕਾਲ ਚੈਨਲ ਵੀ ਧੰਨਵਾਦ ਕਰਦਾ, ਤੇ ਅਸੀਂ ਵੀ ਇਹੋ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਕਿ ਜਿਨ੍ਹਾਂ ਦੀਆਂ ਰਿਹਾਈਆਂ ਦੀ ਉਮੀਦ ਨਹੀਂ ਸੀ, ਇਸ ਟਾਈਮ ਭਾਈ ਲਾਲ ਸਿੰਘ ਨੇ ਕਿਹਾ ਤੇ ਉਹ ਰਿਹਾਈ ਮਿਲ ਚੁੱਕੀ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਨ੍ਹਾਂ ਦੀ ਰਿਹਾਈਆਂ ਹੋ ਸਕਦੀਆਂ ਵਾ, ਜਿਨ੍ਹਾਂ ਨੇ ਲੰਬੀਆਂ ਸਜ਼ਾਵਾਂ ਭੁਗਤਣੀਆਂ ਵਾ, ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ, ਕਿਉਂਕਿ ਇੱਕ ਸੰਘਰਸ਼ ਚੱਲਿਆ ਹੈਗਾ, ਲੰਬਾ ਸੰਘਰਸ਼ 28 ਸਾਲ ਭਾਈ ਲਾਲ ਸਿੰਘ ਨੇ ਕੱਟੇ। ਤਾਂ ਕਈ ਸਾਡੇ ਮਰਜੀਵੜੇ, ਕਈ ਯੋਧੇ ਹੈਗੇ ਆ ਜਿਨ੍ਹਾਂ ਨੇ ਇੱਕ ਲੰਬਾ ਟਾਈਮ ਆਪਣਾ ਜੇਲ੍ਹਾਂ ਦੇ ਬਿਤਾ ਚੁੱਕੇ ਆ। ਇੱਕ ਦੋ ਰਿਹਾਈਆਂ ਦੀ ਗੱਲ ਨਾ ਕਰੀਏ, ਹੁਣ ਤੇ ਕੌਮ ਇਹੋ ਹੀ ਸੋਚਦੀ ਆ ਕਿ ਕਦੋਂ ਬਾਕੀ ਸਿੰਘ ਵੀ ਰਿਹਾ ਹੋ ਕੇ ਆਉਣਗੇ। ਇਹ ਖੁਸ਼ੀ ਦੇ ਪਲ, ਜਿਵੇਂ ਅੱਜ ਭਾਈ ਲਾਲ ਸਿੰਘ ਦੇ ਪਰਿਵਾਰ ਅੱਜ ਖੁਸ਼ੀ ਦੇ ਪਲਾਂ ਦੇ ਵਿੱਚ ਆ, ਤੇ ਇਹੋ ਜਿਹੇ ਹੋਰ ਵੀ ਅਨੇਕਾਂ ਪਰਿਵਾਰ ਜਿਹੜੇ ਉਹ ਸੋਚ ਰਹੇ ਆ ਕਿ ਕਦੋਂ ਉਹ ਵੀ ਰਿਹਾਈਆਂ ਹੋਣਗੀਆਂ, ਉਹ ਵੀ ਖੁਸ਼ੀ ਦਾ ਪਲ ਆਊਗਾ। ਬੜੇ ਸੰਘਰਸ਼ ਵੇਖੇ ਆ, 28 ਸਾਲ ਦਾ ਇਹ ਵੀ ਇੱਕ ਵੱਡਾ ਸੰਘਰਸ਼ ਸੀ ਜਿਹਦੇ ਵਿੱਚ ਉਹ ਡੋਲੇ ਨਹੀਂ। ਭਾਈ ਸਾਹਿਬ ਨੇ ਦੱਸਿਆ ਕਿ ਭਾਈ ਲਾਲ ਸਿੰਘ ਡੋਲੇ ਨੇ। ਸ਼ੁਰੂਆਤ ਜਦੋਂ ਸਜ਼ਾ ਹੁੰਦੀ ਆ, ਉਸ ਤੋਂ ਬਾਅਦ 'ਚ ਗੁਟਕਾ ਸਾਹਿਬ ਮਿਲਦਾ। ਬਾਣੀ ਨਾਲ ਪਹਿਲਾਂ ਹੀ ਪਿਆਰ ਸੀ, ਪਰ ਗੁਟਕਾ ਸਾਹਿਬ ਦੇ ਨਾਲ ਇੰਨਾ ਕੁ ਪਿਆਰ ਹੋ ਚੁੱਕਾ ਸੀ ਕਿ ਲੰਬਾ ਸਮਾਂ ਜੇਲ੍ਹ ਦੇ ਵਿੱਚ ਉਹਦੇ ਨਾਲ ਬਿਤਾਇਆ, ਬਾਣੀ ਕੰਠ ਕੀਤੀ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ। ਜੇ ਗੁਜਰਾਤ ਦੀ ਗੱਲ ਕਰਦੇ ਹਾਂ, ਅਹਿਮਦਾਬਾਦ ਦੀ ਗੱਲ ਕਰਦੇ ਹਾਂ, ਜੇਲ੍ਹ ਜਲੰਧਰ ਤਬਦੀਲ ਹੁੰਦੇ ਆ, ਤੇ ਕੋਈ ਆਸ ਵੱਜਦੀ ਕਿ ਸ਼ਾਇਦ ਹੁਣ ਪੱਕੀਆਂ ਰਿਹਾਈਆਂ ਹੋਣਗੀਆਂ, ਪਰੌਲ ਮਿਲਣੀ ਚਾਲੂ ਹੁੰਦੀ ਹੈ, ਸ਼ਾਦੀ ਹੋ ਜਾਂਦੀ ਹੈ, ਬੇਟੀ ਹੁੰਦੀ ਆ। ਉਹ ਤੋਂ ਬਾਅਦ ਦੇ ਵਿੱਚ ਫਿਰ ਵੀ ਇੱਕ ਲੰਬਾ ਸੰਘਰਸ਼ ਸੀ। 2007 ਤੋਂ ਬਾਅਦ 'ਚ ਵੀ 13 ਸਾਲ ਬੇਟੀ ਹੋਣ ਤੋਂ ਬਾਅਦ 'ਚ, ਅੱਜ ਦੀ ਜੇ ਆਪਾਂ 2020 ਦੀ ਗੱਲ ਕਰੀਏ ਤਾਂ ਬੜੇ ਲੰਬੇ ਸਮੇਂ 13 ਸਾਲ ਦੀ ਬੇਟੀ ਹੋ ਚੁੱਕੀ ਆ। ਤੇ ਅੱਜ ਪਰਿਵਾਰ ਵੀ ਖੁਸ਼ ਆ, ਭਾਈ ਲਾਲ ਸਿੰਘ ਵੀ ਖੁਸ਼ ਆ, ਤੇ ਉਹਨਾਂ ਦਾ ਮਹਿਕਦਾ ਹੋਇਆ ਪਰਿਵਾਰ ਜਿਹੜਾ ਕਿ ਚਾਚਾ ਤਾਇਆ ਪਰਿਵਾਰ ਦੇ ਵਿੱਚ, ਜਿਹੜੀ ਕਿ ਇੱਕ ਭੈਣ ਜਿਹੜੀ ਕਿ ਉਹ ਦੱਸ ਚੁੱਕੇ ਆ ਕਿ ਕੁਝ ਸਮਾਂ ਪਹਿਲਾਂ ਉਹ ਸਵਰਗਵਾਸ ਹੋ ਚੁੱਕੇ ਆ, ਜਿਹਨੇ ਕਿ ਵੱਡੀ ਮਿਹਨਤ ਕੀਤੀ ਸੀ। ਜੇ ਮਾਂ ਤੋਂ ਬਾਅਦ ਦੇ ਵਿੱਚ ਇੱਕ ਜ਼ਿਆਦਾ ਪਿਆਰ ਦਿੱਤਾ, ਭਾਵੇਂ ਜੇਲ੍ਹ ਦੇ ਵਿੱਚ ਸੀ, ਮਿਲਣ ਵਾਸਤੇ ਜਾਂਦੇ ਸੀ, ਉਹਨਾਂ ਦਿੱਤਾ ਸੀ, ਪਰ ਉਹ ਵਿਛੋੜਾ ਦੇ ਚੁੱਕੇ ਆ। ਇਸ ਟਾਈਮ ਦੇ ਉੱਤੇ ਕੁਝ ਗਮੀ ਵੀ ਹੈਗੀ ਆ, ਪਰ ਉਹ ਵੀ ਸ਼ਾਇਦ ਇਸ ਟਾਈਮ 'ਤੇ ਖੁਸ਼ ਹੋਣਗੇ, ਉੱਤਰ ਬੈਠੇ ਵੇਖਦੇ ਹੋਣਗੇ ਕਿ ਭਾਈ ਲਾਲ ਸਿੰਘ ਜਿਹਦੀ ਆਸ ਨਹੀਂ ਸੀ ਹੈਗੀ, ਉਹ ਇਸ ਟਾਈਮ 'ਤੇ ਰਿਹਾ ਹੋ ਕੇ ਆ ਚੁੱਕੇ ਆ। ਲੰਬੀਆਂ ਪੈਰੋਲਾਂ ਜ਼ਰੂਰ ਮਿਲਦੀਆਂ ਸੀ। ਹੁਣ ਵੀ ਭਾਈ ਸਾਹਿਬ ਪੈਰੋਲ 'ਤੇ ਹੀ ਸੀ ਥੋੜ੍ਹੇ ਦਿਨਾਂ ਤੋਂ, ਕਿੰਨਾ ਚਿਰ ਆਏ ਸੀ ਪੈਰੋਲ? ਮੈਂ ਵੈਸੇ ਹੋ ਗਏ ਸੀ, ਮੇਰੇ 2 ਵਾਰੀ ਪੈਰੋਲ ਐਕਸਟੈਂਡ ਹੋਈ ਆ। ਹੁਣ ਅਪ੍ਰੈਲ ਦੇ ਲਾਸਟ 'ਤੇ ਆਇਆ ਸੀ, ਮਈ 'ਚ ਆ ਗਿਆ ਸੀ। ਮਈ ਜੂਨ ਜੁਲਾਈ ਦਾ ਮੈਂ ਪੈਰੋਲ 'ਤੇ ਸੀਗਾ। ਕਰੋਨਾ ਕਰਕੇ ਸਾਰੇ ਬੰਦੀਆਂ ਦੀਆਂ ਜਿਹੜੇ ਪੈਰੋਲਾਂ 'ਤੇ ਜਾਂਦੇ ਨੇ ਤੇ ਉਹਨਾਂ ਦੀਆਂ ਪੈਰੋਲਾਂ ਐਕਸਟੈਂਡ ਕਰੀ ਜਾਂਦੇ। ਹਾਂਜੀ, ਗਵਰਨਮੈਂਟ ਪੰਜਾਬ ਪੈਰੋਲ ਦੇ ਵਿੱਚ ਇਹ ਖੁਸ਼ੀ ਮਿਲੀ ਹੈ ਕਿ ਜਿਹੜੀ ਪੱਕੀ ਰਹੀ। ਹਾਂਜੀ, ਵਿੱਚ ਹੀ ਆ ਗਈ ਆ। ਤੇ ਜਿਹੜੀ ਜਿਵੇਂ ਕਿ ਕੱਲ੍ਹ ਮੈਨੂੰ ਫਿਰ ਹਾਜ਼ਰ ਹੋਣਾ ਪਿਆ ਜੇਲ੍ਹ 'ਚ, ਤੇ ਉਹਨੇ ਮੈਨੂੰ ਸਿਲੰਡਰ ਕਰਾ ਕੇ ਪੈਰੋਲ ਖਤਮ ਕਰਕੇ ਤੇ ਪੱਕੀ ਰਿਹਾਈ ਕਰਤੀ ਆ। ਵੀ ਜਾਣੀ ਕਿ ਹਾਲੇ ਤੱਕ ਵੀ ਯਕੀਨ ਜਿਹਾ ਜਿਵੇਂ ਕਹਿੰਦੇ ਤੇ ਪੈਰੋਲ 'ਤੇ ਹੀ ਆ, ਹਾਲੇ ਇਵੇਂ ਹੀ ਮਹਿਸੂਸ ਹੁੰਦਾ, ਹਾਲੇ ਕੁਝ ਪਤਾ ਨਹੀਂ ਲੱਗਦਾ। ਧੰਨਵਾਦ ਕਰਦੇ ਭਾਈ ਸਾਹਿਬ ਜੀ। ਅਕਾਲ ਚੈਨਲ ਧੰਨਵਾਦ ਕਰਦਾ ਟਾਈਮ ਦੇਣ ਵਾਸਤੇ। ਸਮੇਂ-ਸਮੇਂ ਤੇ ਗੱਲਬਾਤ ਕਰਦੇ ਰਹਾਂਗੇ। ਬਹੁਤ ਧੰਨਵਾਦ, ਤੁਸੀਂ ਟਾਈਮ ਕੱਢ ਕੇ ਆਏ ਤੇ ਸਮੇਂ ਨਾਲ ਜਿਹੜੀ ਆਵਾਜ਼ ਆ ਸਿੱਖ ਸੰਗਤਾਂ ਤੱਕ ਪਹੁੰਚਾਉਂਦੇ ਆ। ਪਰਮਾਤਮਾ ਤੁਹਾਨੂੰ ਸਤਿਗੁਰ ਸੱਚੇ ਪਾਤਸ਼ਾਹ ਹੋਰ ਚੜ੍ਹਦੀ ਕਲਾ 'ਚ ਰੱਖੇ। ਤੁਸੀਂ ਸੱਚੀ ਸੁੱਚੀ ਸੇਵਾ ਕਰਦੇ ਰਹੋ ਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਾਰੀ ਸੰਗਤ ਪਾਸੋਂ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।